ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਹਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਮਿਡੀਵਲ ਇੰਡੀਆ ਦਾ ਟੌਪਿਕ ਕਰਨ ਜਾ ਰਹੇ ਹਾਂ। ਮਿਡੀਵਲ ਇੰਡੀਆ ਜਿਹੜਾ ਹੈਗਾ ਵਾ ਇਹ ਖਾਸ ਤੌਰ ਤੇ ਜਿਹੜਾ ਲੈਕਚਰ ਬਣਾਇਆ ਗਿਆ ਪੀ ਟੈਟ ਦੇ ਪੇਪਰ ਨੂੰ ਲੈ ਕੇ ਬਣਾਇਆ ਗਿਆ ਵਾ। ਇਹ ਅਰਿਹੰਤ ਦੀ ਬੁੱਕ ਹੈਗੀ ਹੈ ਜੀਕੇ ਦੀ। ਇਹਦੇ ਵਿੱਚ ਜਿਹੜਾ ਵਾ ਪੀ ਟੈਟ ਦੇ ਵਿੱਚ ਜਿਹੜਾ ਵਾ ਪੇਪਰ 2 ਦੇ ਵਿੱਚ ਜਿਹੜਾ ਐਸਐਸਟੀ ਦਾ ਪੇਪਰ ਹੈਗਾ ਸੋਸ਼ਲ ਸਟੱਡੀਜ਼ ਦਾ, ਉਹਦੇ ਵਿੱਚ ਹਿਸਟਰੀ ਦਾ ਪਾਰਟ ਜਿਹੜਾ ਕਾਫੀ ਇੰਪੋਰਟੈਂਸ ਰੱਖਦਾ ਵਾ। ਤੇ ਇਹਦੇ ਵਿੱਚੋਂ ਆਪਾਂ ਮਿਡੀਵਲ ਇੰਡੀਆ ਜਿਹੜਾ ਵਾ ਇਸ ਬੁੱਕ ਦੇ ਵਿੱਚੋਂ ਕਵਰ ਕਰਨ ਜਾ ਰਹੇ ਹਾਂ। ਇਹ ਜਿਹੜੀ ਬੁੱਕ ਹੈਗੀ ਅਰਿਹੰਤ ਦੀ, ਇਹ ਤੋਂ ਕਾਫੀ ਜ਼ਿਆਦਾ ਕੁਐਸਚਨ, ਜੇ 60 ਕੁਐਸਚਨ ਜਿਹੜੇ ਪੇਪਰ ਦੇ ਵਿੱਚ ਆਉਂਦੇ ਨੇ ਤੇ ਲਗਭਗ 40 ਕੁਐਸਚਨ ਜਿਹੜੇ ਹੈਗੇ ਨੇ ਅਰਿਹੰਤ ਦੀ ਬੁੱਕ ਹੀ ਕਵਰ ਕਰ ਜਾਂਦੀ ਹੈ ਜੇ ਕੋਈ ਧਿਆਨ ਦੇ ਨਾਲ ਇਹ ਬੁੱਕ ਨੂੰ ਪੜ੍ਹ ਲੈਂਦਾ ਤੇ। ਠੀਕ ਹੈ, ਇਹ ਆਪਾਂ ਛੋਟਾ ਜਿਹਾ ਲੈਕਚਰ ਬਣਾਉਣ ਜਾ ਰਹੇ ਹਾਂ ਮਿਡੀਵਲ ਇੰਡੀਆ ਦੇ ਬਾਰੇ ਕਰਾਂਗੇ। ਹਿਸਟਰੀ ਦਾ ਸੈਕੰਡ ਪਾਰਟ ਹੈਗਾ ਵਾ ਪੀ ਟੈਟ ਦੇ ਪੇਪਰ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿਹੜਾ ਕਿ 1 ਦਸੰਬਰ 2024 ਨੂੰ ਹੋਣ ਜਾ ਰਿਹਾ ਵਾ। ਠੀਕ ਹੈ, ਬਹੁਤ ਹੀ ਥੋੜਾ ਸਮਾਂ ਵਾ ਇਸ ਪੇਪਰ ਨੂੰ ਦਿੱਤਾ ਗਿਆ ਵਾ, ਪਰ ਜੇ ਕਿਸੇ ਨੇ ਤਿਆਰੀ ਕਰਨੀ ਹੋਏ ਤਾਂ ਸਾਡੇ ਲੈਕਚਰਸ ਨੂੰ ਫੋਲੋ ਕਰ ਸਕਦਾ ਵਾ। ਠੀਕ ਹੈ, ਮਿਡੀਵਲ ਇੰਡੀਆ ਦੇ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਆਪਾਂ ਸ਼ੁਰੂਆਤ ਕਰਾਂਗੇ ਦਿੱਲੀ ਸਲਤਨਤ ਦੇ ਨਾਲ। ਦਿੱਲੀ ਸਲਤਨਤ ਜਿਹੜੀ ਸੀਗੀ ਕਿਵੇਂ ਭਾਰਤ ਦੇ ਵਿੱਚ ਬਣਦੀ ਆ। ਦਿੱਲੀ ਸਲਤਨਤ ਜਿਹੜਾ ਸੀਗਾ ਡਾਇਨਾਸਟੀਜ਼ ਦਾ ਨਾਮ ਸੀ, ਜਿਹਦੇ ਵਿੱਚ 5 ਡਾਇਨਾਸਟੀਜ਼ ਜਿਹੜੀਆਂ ਸਾਡੇ ਕੋਲੋਂ ਆਉਂਦੀਆਂ ਨੇ। 5 ਡਾਇਨਾਸਟੀਜ਼ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਮਿਡੀਵਲ ਇੰਡੀਆ ਸੀਗਾ, ਇਹਦੇ ਨਾਲ ਦੀ ਨਾਲ ਮੁਸਲਿਮ ਜਿਹੜੇ ਸੀਗੇ ਇੰਡੀਆ ਦੇ ਵਿੱਚ, ਮੁਸਲਿਮ ਸਟੇਟ ਦੀ ਜਿਹੜੀ ਸੀਗੀ ਸ਼ੁਰੂਆਤ ਹੁੰਦੀ ਹੈ, ਸਥਾਪਨਾ ਹੁੰਦੀ ਹੈ। ਮਿਡੀਵਲ ਇੰਡੀਆ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਕੁਐਸਚਨ ਪੁੱਛਿਆ ਜਾ ਸਕਦਾ ਤੁਹਾਨੂੰ ਕਿ ਕਿਹੜਾ ਪਹਿਲਾ ਮੁਸਲਮਾਨ ਸੀ ਜਿਹੜਾ ਭਾਰਤ ਵਿੱਚ ਆਇਆ ਸੀ। ਕੁਐਸਚਨ ਦਾ ਆਨਸਰ ਕੀ ਹੈ? ਮੁਹੰਮਦ ਬਿਨ ਕਾਸਿਮ। ਪੀਟੈਟ ਦੇ ਵਿੱਚ ਵੀ ਕੁਐਸਚਨ ਆ ਚੁੱਕਾ ਹੈ। ਠੀਕ ਹੈ, ਹੋਰ ਸਾਰੇ ਪੇਪਰਾਂ ਦੇ ਵਿੱਚ ਵੀ ਇਹ ਕੁਐਸਚਨ ਬਾਰ-ਬਾਰ ਪੁੱਛਿਆ ਜਾ ਚੁੱਕਾ ਹੈ ਕਿ ਹੂ ਵਾਜ਼ ਦਾ ਫਰਸਟ ਮੁਸਲਿਮ ਇਨਵੇਡਡ ਇੰਡੀਆ। ਠੀਕ ਹੈ, ਆਨਸਰ ਕੀ ਆਏਗਾ? ਮੁਹੰਮਦ ਬਿਨ ਕਾਸਿਮ। ਮੁਹੰਮਦ ਬਿਨ ਕਾਸਿਮ ਜਿਹੜਾ ਪਹਿਲਾ ਮੁਸਲਮਾਨ ਸੀਗਾ ਜਿਹਨੇ ਕਿ 712 ਏਡੀ ਦੇ ਵਿੱਚ ਭਾਰਤ ਵਿੱਚ ਹਮਲਾ ਕੀਤਾ ਸੀਗਾ ਤੇ ਸਿੰਧ ਜਿਹੜਾ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈਗਾ ਵਾ ਉਹਨੂੰ ਇਹਨੇ ਜਿੱਤਿਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਸੁਲਤਾਨ ਮਹਿਮੂਦ ਆਫ ਗਜਨੀ ਦੀ ਗੱਲ ਕਰੀਏ। ਮੁਹੰਮਦ ਆਫ ਗਜਨੀ ਵੀ ਇਹਨੂੰ ਕਹਿ ਦਿੰਦੇ, ਮਹਿਮੂਦ ਆਫ ਗਜਨੀ ਵੀ ਇਹਨੂੰ ਕਿਹਾ ਜਾਂਦਾ ਵਾ। ਇਹਨੇ ਭਾਰਤ ਵਿੱਚ ਟੋਟਲ ਜਿਹੜੀਆਂ 17 ਹਮਲੇ ਕੀਤੇ ਸੀਗੇ। 17 ਹਮਲੇ ਜਿਹੜੇ ਨੇ ਕੀਤੇ ਸੀ। 1001 ਦੇ ਵਿੱਚ ਇਹਦਾ ਪਹਿਲਾ ਹਮਲਾ ਸੀਗਾ ਤੇ 1027 ਦੇ ਵਿੱਚ ਇਹਦਾ ਲਾਸਟ ਹਮਲਾ ਸੀਗਾ। ਤੇ 1027 ਦੇ ਵਿੱਚ ਜਿਹੜਾ ਇਹਦਾ 1025 ਦੇ ਵਿੱਚ 16ਵਾਂ ਹਮਲਾ ਸੀਗਾ, ਉਹ ਸੀਗਾ ਸੋਮਨਾਥ ਟੈਂਪਲ ਤੇ। ਬਹੁਤ ਹੀ ਇੰਪੋਰਟੈਂਟ ਹੈ, ਪੇਪਰ ਵਿੱਚ ਵੀ ਕੁਐਸਚਨ ਆ ਚੁੱਕਾ ਹੈ। ਕਠਿਆਵਾੜ ਜਗ੍ਹਾ ਹੈਗੀ ਹੈ ਗੁਜਰਾਤ ਦੇ ਵਿੱਚ। ਠੀਕ ਹੈ, ਗੁਜਰਾਤ ਦੇ ਵਿੱਚ ਜਗ੍ਹਾ ਹੈਗੀ ਕਠਿਆਵਾੜ, ਜਿੱਥੇ ਕਿ ਸੋਮਨਾਥ ਟੈਂਪਲ ਸੀਗਾ। ਇੱਥੇ ਕਾਫੀ ਜ਼ਿਆਦਾ ਸੋਨਾ ਜਿਹੜਾ ਸੀਗਾ ਲੋਕਾਂ ਵੱਲੋਂ ਚੜਾਇਆ ਗਿਆ ਸੀ। ਹਿੰਦੂ ਟੈਂਪਲ ਸੀਗਾ। ਇਹਦੇ ਉੱਤੇ ਅਟੈਕ ਕਰਕੇ ਮਹਿਮੂਦ ਆਫ ਗਜਨੀ ਜਿਹੜਾ ਸੀਗਾ, ਇਹਨੇ ਕਾਫੀ ਜ਼ਿਆਦਾ ਸੋਨਾ ਜਿਹੜਾ ਸੀਗਾ ਇੰਡੀਆ ਤੋਂ ਗਜਨੀ ਲੈ ਗਿਆ ਸੀਗਾ। ਤੇ 1025 ਦੇ ਵਿੱਚ ਇਹਨੇ ਹਮਲਾ ਕੀਤਾ ਸੀ। ਇਹਦਾ 16ਵਾਂ ਹਮਲਾ ਸੀ। ਯਾਦ ਰੱਖਿਓ, ਟੋਟਲ ਇਹਨੇ 17 ਹਮਲੇ ਕੀਤੇ ਸੀ। 1001 ਵਿੱਚ ਪਹਿਲਾ ਹਮਲਾ ਸੀ, 1027 ਵਿੱਚ ਲਾਸਟ ਹਮਲਾ ਸੀ, 16ਵਾਂ ਹਮਲਾ ਇਹਦਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਸੋਮਨਾਥ ਟੈਂਪਲ ਤੇ ਕੀਤਾ ਸੀਗਾ। ਤੇ ਮੇਨ ਇਹਦਾ ਕਈ ਵਾਰੀ ਪੇਪਰ ਵਿੱਚ ਕੁਐਸਚਨ ਇਹ ਵੀ ਪੁੱਛਿਆ ਜਾਂਦਾ ਕਿ ਇਹਦਾ ਮੋਟਿਵ ਕੀ ਸੀਗਾ ਹਮਲਿਆਂ ਦਾ। ਸਿਰਫ ਤੇ ਸਿਰਫ ਇੱਥੋਂ ਧਨ ਦੌਲਤ ਨੂੰ ਇਕੱਠਾ ਕਰਨਾ ਸੀ, ਨਾ ਕਿ ਆਪਣੀ ਇੱਥੇ ਸਟੇਟ ਐਸਟੈਬਲਿਸ਼ ਕਰਨਾ ਚਾਹੁੰਦਾ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਦਿੱਲੀ ਸਲਤਨਤ ਦੀ ਫਾਊਂਡੇਸ਼ਨ ਕਿੱਦਾਂ ਹੋਈ ਸੀਗੀ। ਦਿੱਲੀ ਸਲਤਨਤ ਦੀ ਫਾਊਂਡੇਸ਼ਨ ਹੁੰਦੀ ਹੈ ਮੁਹੰਮਦ ਗੌਰੀ ਦੇ ਨਾਲ। ਠੀਕ ਹੈ, ਮੁਹੰਮਦ ਗੌਰੀ ਦੇ ਹਮਲਿਆਂ ਦੇ ਨਾਲ ਭਾਰਤ ਵਿੱਚ ਦਿੱਲੀ ਸਲਤਨਤ ਜਿਹੜੀ ਸੀਗੀ ਉਹਦੀ ਸਥਾਪਨਾ ਹੁੰਦੀ ਹੈ। ਠੀਕ ਹੈ, ਮੁਹੰਮਦ ਗੌਰੀ ਜਿਹੜਾ ਸੀਗੇ ਇਹਦੇ 2 ਹਮਲੇ ਬਹੁਤ ਹੀ ਇੰਪੋਰਟੈਂਟ ਨੇ। ਇੱਕ ਪਹਿਲਾ ਹਮਲਾ ਜਿਹੜਾ ਸੀਗਾ ਫਰਸਟ ਬੈਟਲ ਆਫ ਤਰਾਇਨ ਦੇ ਨਾਂ ਨਾਲ ਜਾਣਿਆ ਜਾਂਦਾ, ਜਿਹੜਾ ਕਿ 1191 ਵਿੱਚ ਹੋਇਆ ਸੀਗਾ। ਤੇ ਇੱਕ ਜਿਹੜਾ ਇਹਦਾ ਦੂਸਰਾ ਹਮਲਾ ਬੜਾ ਇੰਪੋਰਟੈਂਟ ਹੈ, ਜਿਹੜਾ ਕਿ ਸੈਕੰਡ ਬੈਟਲ ਆਫ ਤਰਾਇਨ ਦੇ ਨਾਂ ਨਾਲ ਜਾਣਿਆ ਜਾਂਦਾ, ਜਿਹੜਾ ਕਿ 1192 ਵਿੱਚ ਹੋਇਆ ਸੀਗਾ। ਹੁਣ ਤੁਸੀਂ ਯਾਦ ਰੱਖਣਾ ਕਿ ਚੌਹਾਨ ਡਾਇਨਾਸਟੀ ਦੇ ਨਾਲ ਇਹਦੀ ਲੜਾਈ ਹੋਈ ਸੀਗੀ ਤੇ ਚੌਹਾਨ ਰਾਜਾ ਕਿਹੜਾ ਸੀ? ਪ੍ਰਿਥਵੀ ਰਾਜ ਚੌਹਾਨ ਸੀਗਾ, ਜਿਹਦੇ ਨਾਲ ਇਹਨੇ ਦੋਵੇਂ ਲੜਾਈਆਂ ਲੜੀਆਂ ਸੀਗੀਆਂ। 1191 ਚ ਪ੍ਰਿਥਵੀ ਰਾਜ ਚੌਹਾਨ ਨੇ ਇਹਨੂੰ ਹਰਾ ਦਿੱਤਾ ਸੀਗਾ ਪਹਿਲੀ ਬੈਟਲ ਵਿੱਚ। ਫਿਰ ਇਹ 1192 ਵਿੱਚ ਆਉਂਦਾ ਤੇ ਇਹਨੇ ਦੁਬਾਰਾ ਜਿਹੜਾ ਸੀਗਾ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਦਿੱਤਾ ਸੀਗਾ। ਤੇ ਇਹਦੇ ਨਾਲ ਹੀ ਕਿਹਾ ਜਾਂਦਾ ਕਿ ਭਾਰਤ ਵਿੱਚ ਮੁਸਲਿਮ ਡਾਇਨਾਸਟੀ ਦੀ ਫਾਊਂਡੇਸ਼ਨ ਹੋ ਜਾਂਦੀ ਹੈਗੀ ਹੈ। ਠੀਕ ਹੈ, ਯਾਦ ਰੱਖਿਓ ਤੁਸੀਂ, ਫਰਸਟ ਬੈਟਲ ਆਫ ਤਰਾਇਨ ਤੇ ਸੈਕੰਡ ਬੈਟਲ ਆਫ ਤਰਾਇਨ ਤੋਂ ਬਾਅਦ ਭਾਰਤ ਵਿੱਚ ਮੁਸਲਿਮ ਸਟੇਟ ਦੀ ਫਾਊਂਡੇਸ਼ਨ ਹੁੰਦੀ ਹੈ। ਹੁਣ ਜਿਹੜਾ ਮੁਹੰਮਦ ਗੌਰੀ ਸੀਗੇ ਇਹਨੂੰ ਫਾਊਂਡਰ ਆਫ ਮੁਸਲਿਮ ਰੂਲ ਕਿਹਾ ਜਾਂਦਾ। ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਕਿ ਹੂ ਵਾਜ਼ ਦਾ ਫਾਊਂਡਰ ਆਫ ਮੁਸਲਿਮ ਰੂਲ ਇਨ ਇੰਡੀਆ, ਤੇ ਆਨਸਰ ਕੀ ਆਏਗਾ? ਮੁਹੰਮਦ ਗੌਰੀ। ਤੇ ਪੇਪਰ ਵਿੱਚ ਕੁਐਸਚਨ ਪੁੱਛਿਆ ਵੀ ਗਿਆ। ਯਾਦ ਰੱਖਿਓ ਕਿ ਜਿਹੜੀ ਬੁੱਕ ਹੈਗੀ ਇਹਦੇ ਹਰ ਇੱਕ ਲਾਈਨ ਤੇ
ਕੁਐਸਚਨ ਬਣਦਾ ਜੇ ਤੇ ਹਰ ਇੱਕ ਕੁਐਸਚਨ ਜਿਹੜਾ ਹੈਗਾ ਬਹੁਤ ਹੀ ਜ਼ਰੂਰੀ ਹੈ ਤੇ ਹਰ ਪੇਪਰ ਦੇ ਵਿੱਚ ਕਿਤੇ ਨਾ ਕਿਤੇ ਹਰ ਕੁਐਸਚਨ ਪੁੱਛਿਆ ਗਿਆ ਵਾ। ਹੁਣ ਆਪਾਂ ਗੱਲ ਕਰਦੇ ਹਾਂ ਪੰਜ ਡਾਇਨੈਸਟੀਜ਼ ਦੇ ਵਿੱਚੋਂ ਪਹਿਲੀ ਡਾਇਨੈਸਟੀ ਕਿਹੜੀ ਸੀ? ਇਲਬਰੀ ਡਾਇਨੈਸਟੀ, ਜਿਹਨੂੰ ਇਲਬਰੀ ਟਰਕ ਡਾਇਨੈਸਟੀ ਵੀ ਕਹਿ ਦਿੰਦੇ ਹਾਂ ਆਪਾਂ, ਇਹਨੂੰ ਆਪਾਂ ਸਲੇਵ ਡਾਇਨੈਸਟੀ ਵੀ ਕਹਿ ਦਿੰਦੇ ਹਾਂ। ਟਾਈਮ ਪੀਰੀਅਡ ਇਹਦਾ ਹੈਗਾ 1206 ਤੋਂ 1290 ਤੱਕ ਦਾ। ਮੁਹੰਮਦ ਗੌਰੀ ਜਿਹੜਾ ਸੀਗਾ ਇਹ ਭਾਰਤ ਵਿੱਚ ਹਮਲੇ ਕਰਕੇ ਚਲ ਗਿਆ ਸੀਗਾ ਤੇ ਇਹਨੇ ਆਪਣੀ ਜਗ੍ਹਾ ਤੇ ਗਵਰਨਰ ਇੰਡੀਆ ਦੇ ਵਿੱਚ ਅਪਾਇੰਟ ਕੀਤਾ ਸੀ ਜਿਹਦਾ ਨਾਮ ਸੀ ਕੁਤਬਦੀਨ ਐਬਕ। ਬਹੁਤ ਜ਼ਰੂਰੀ ਹੈਗਾ, ਠੀਕ ਹੈ। ਹੁਣ ਪਿੱਛੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਸ ਮੁਸਲਿਮ ਰੂਲ ਦਾ ਭਾਰਤ ਵਿੱਚ ਫਾਊਂਡਰ ਕੌਣ ਸੀਗਾ? ਮੁਹੰਮਦ ਗੌਰੀ। ਹੁਣ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਹੂ ਵਾਜ਼ ਦਾ ਰੀਅਲ ਫਾਊਂਡਰ ਆਫ ਮੁਸਲਿਮ ਰੂਲ ਇਨ ਇੰਡੀਆ, ਤੇ ਆਨਸਰ ਕੀ ਆਏਗਾ? ਕੁਤਬਦੀਨ ਐਬਕ। ਕੁਤਬਦੀਨ ਐਬਕ ਕੌਣ ਸੀਗਾ? ਮੁਹੰਮਦ ਗੌਰੀ ਦਾ ਗਵਰਨਰ ਸੀਗਾ ਜਿਨੇ ਭਾਰਤ ਵਿੱਚ ਸਲੇਵ ਡਾਇਨੈਸਟੀ ਦੀ ਫਾਊਂਡੇਸ਼ਨ ਕੀਤੀ ਸੀ। ਸਲੇਵ ਡਾਇਨੈਸਟੀ ਪੰਜਾਬੀ ਵਿੱਚ ਆਪਾਂ ਇਹਨੂੰ ਦਾਸ ਵੰਸ਼ ਕਹਿ ਦਿੰਦੇ ਆ। ਦਾਸ ਵੰਸ਼ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਮੁਹੰਮਦ ਗੌਰੀ ਦਾ ਇੱਕ ਸਲੇਵ ਸੀਗਾ, ਉਹਦਾ ਨੌਕਰ ਸੀਗਾ, ਉਹਦਾ ਦਾਸ ਸੀਗਾ, ਠੀਕ ਹੈ। ਉਹਦੇ ਦੁਆਰਾ ਭਾਰਤ ਵਿੱਚ ਜਿਹੜੀ ਸੀਗੀ ਡਾਇਨੈਸਟੀ ਦੀ ਐਸਟੈਬਲਿਸ਼ਮੈਂਟ ਕੀਤੀ ਜਾਂਦੀ, ਜਿਸ ਕਰਕੇ ਦਾ ਨਾਮ ਕੀ ਪੈ ਗਿਆ ਸੀ? ਸਲੇਵ ਡਾਇਨੈਸਟੀ। ਇਲਬਰੀ ਇਹਨਾਂ ਦੇ ਕਬੀਲੇ ਦਾ ਨਾਮ ਸੀਗਾ, ਠੀਕ ਹੈ, ਜਿੱਥੇ ਇਹ ਰਹਿੰਦੇ ਸੀਗੇ ਉੱਥੋਂ ਦਾ, ਇਸ ਕਰਕੇ ਇਸ ਡਾਇਨੈਸਟੀ ਦਾ ਨਾਮ ਇਲਬਰੀ ਵੀ ਡਾਇਨੈਸਟੀ ਸੀਗਾ। ਕੁਤਬਦੀਨ ਐਬਕ ਨੇ ਆਪਣੀ ਜਿਹੜੀ ਰਾਜਧਾਨੀ ਬਣਾਇਆ ਸੀਗਾ ਲਾਹੌਰ ਨੂੰ ਬਣਾਇਆ ਸੀਗਾ ਇਨੀਸ਼ੀਅਲ, ਬਾਅਦ ਵਿੱਚ ਇਹਨੇ ਚੇਂਜ ਕਰਕੇ ਦਿੱਲੀ ਨੂੰ ਬਣਾ ਦਿੱਤਾ। ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਕੁਤਬਦੀਨ ਐਬਕ ਦੀ ਇਨੀਸ਼ੀਅਲ ਕੈਪੀਟਲ ਕੀ ਸੀਗੀ? ਲਾਹੌਰ ਸੀਗੀ, ਬਾਅਦ ਵਿੱਚ ਇਹਨੇ ਦਿੱਲੀ ਬਣਾ ਦਿੱਤੀ ਸੀਗੀ। ਫਾਊਂਡਰ ਕਿਹਾ ਜਾਂਦਾ ਇਹਨੂੰ ਸਲੇਵ ਡਾਇਨੈਸਟੀ ਦਾ, ਇਹਨੂੰ ਲਾਖ ਬਖਸ਼ ਕਿਹਾ ਜਾਂਦਾ। ਮੋਸਟ ਇੰਪੋਰਟੈਂਟ ਹੈਗਾ, ਕਿਉਂ? ਕਿਉਂਕਿ ਕਿਹਾ ਜਾਂਦਾ ਕਿ ਲੋਕਾਂ ਦੇ ਵਿੱਚ ਲੱਖਾਂ ਦਾ ਦਾਨ ਕਰ ਦਿੰਦਾ ਸੀਗਾ, ਇਸ ਕਰਕੇ ਇਹਨੂੰ ਲਾਖ ਬਖਸ਼ ਕਿਹਾ ਜਾਂਦਾ। ਹੁਣ ਭਾਰਤ ਦੇ ਵਿੱਚ ਜਿਹੜਾ ਕੁਤਬਦੀਨ ਐਬਕ ਸੀਗੇ ਇਹਦੇ ਦੁਆਰਾ ਇੱਕ ਕੁਤਬ ਮੀਨਾਰ ਨਾਂ ਦੀ ਬਿਲਡਿੰਗ ਬਣਾਈ ਗਈ ਹੈ ਦਿੱਲੀ ਦੇ ਵਿੱਚ, ਬਹੁਤ ਇੰਪੋਰਟੈਂਟ ਹੈਗੀ ਹੈ, ਠੀਕ ਹੈ। ਇਹ ਜਿਹੜੀ ਬਣਾਈ ਸੀ ਕਿਹੜੇ ਸੈਂਟ ਦੇ ਨਾਂ ਤੇ ਬਣਾਈ ਸੀ? ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਨਾਂ ਤੇ ਇਹਨੇ ਬਣਾਈ ਸੀਗੀ, ਠੀਕ ਹੈ। ਉਹਦਾ ਇਹ ਜਿਹੜਾ ਸ਼ਾਗਿਰਦ ਸੀਗਾ ਤੇ ਆਪਣੇ ਸੂਫੀ ਸੰਤ ਦੇ ਨਾਂ ਤੇ ਇਹਨੇ ਜਿਹੜੇ ਕੁਤਬ ਮੀਨਾਰ ਨਾਂ ਦੀ ਬਿਲਡਿੰਗ ਬਣਾਈ ਸੀਗੀ ਦਿੱਲੀ ਵਿੱਚ। ਬਹੁਤ ਇੰਪੋਰਟੈਂਟ ਹੈ, ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕੁਤਬ ਮੀਨਾਰ ਕਿਹਨੇ ਬਣਾਇਆ ਸੀਗਾ ਤੇ ਕਿਹਦੇ ਯਾਦ ਵਿੱਚ ਇਹਨੇ ਬਣਵਾਇਆ ਸੀਗਾ? ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਵਿੱਚ ਬਣਾਇਆ ਸੀਗਾ। ਕੁਵਤ ਉਲ ਇਸਲਾਮ ਮਸਜਿਦ ਜਿਹੜੀ ਸੀਗੀ ਨੇ ਅਜਮੇਰ ਵਿੱਚ ਬਣਾਈ ਸੀਗੀ, ਠੀਕ ਹੈ। ਬਹੁਤ ਇੰਪੋਰਟੈਂਟ ਹੈਗਾ 2.5 ਦਿਨ ਦਾ ਚੌਂਪੜਾ, ਇਹ ਵੀ ਜਿਹੜਾ ਸੀਗਾ ਅਜਮੇਰ ਵਿੱਚ ਬਣਾਇਆ ਸੀ। ਬਹੁਤ ਹੀ ਇੰਪੋਰਟੈਂਟ ਹੈਗੀਆਂ ਨੇ ਇਹ ਬਿਲਡਿੰਗਸ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕੁਵਤ ਉਲ ਇਸਲਾਮ ਮਸਜਿਦ ਕਿੰਨੇ ਬਣਾਈ ਸੀਗੀ, ਜਾਂ 2.5 ਦਿਨ ਦਾ ਝੌਂਪੜਾ ਜਿਹੜਾ ਕਿ ਅਜਮੇਰ ਵਿੱਚ ਸੀਗਾ ਇਹਨੂੰ ਕਿੰਨੇ ਬਣਵਾਇਆ ਸੀ? ਕੁਤਬਦੀਨ ਐਬਕ ਨੇ ਬਣਾਇਆ ਸੀਗਾ। ਹੁਣ ਕੁਤਬਦੀਨ ਐਬਕ ਜਿਹੜਾ ਸੀਗਾ ਇਹ ਚੌਗਾਨ ਖੇਡਦਾ ਪਿਆ ਸੀਗਾ। ਚੌਗਾਨ ਨੂੰ ਆਪਾਂ ਪੋਲੋ ਵੀ ਕਹਿ ਦਿੰਦੇ ਹਾਂ। ਲਾਹੌਰ ਦੇ ਵਿੱਚ ਖੇਡਦਾ ਪਿਆ ਸੀ ਤੇ ਘੋੜੇ ਤੋਂ ਡਿੱਗ ਕੇ ਦੀ ਡੈਥ ਹੋ ਜਾਂਦੀ ਹੈ, ਠੀਕ ਹੈ। ਚੌਗਾਨ ਜਿਹੜੀ ਖੇਡ ਹੁੰਦੀ ਉਹ ਕੀ ਹੁੰਦੀ? ਘੋੜੇ ਤੋਂ ਬਹਿ ਕੇ ਜਦੋਂ ਆਪਾਂ ਇੱਕ ਬਾਲ ਨੂੰ ਹਿੱਟ ਕਰਦੇ ਹਾਂ ਤੇ ਬਾਲ ਨੂੰ ਹਿੱਟ ਕਰਦੇ ਕਰਦੇ ਜਿਹੜਾ ਸੀਗਾ ਇਹਦਾ ਘੋੜੇ ਤੋਂ ਡਿੱਗ ਗਿਆ ਸੀਗਾ ਤੇ ਘੋੜੇ ਤੋਂ ਡਿੱਗਣ ਕਰਕੇ ਇਹਦੀ ਮੌਤ ਹੋ ਗਈ ਸੀ। ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕੁਤਬਦੀਨ ਐਬਕ ਦੀ ਕਿਹੜੀ ਗੇਮ ਖੇਡਦਿਆਂ ਜਿਹੜੀ ਮੌਤ ਹੋਈ ਸੀ? ਚੌਗਾਨ ਜਾਂ ਪੋਲੋ ਗੇਮ ਖੇਡਦਿਆਂ ਇਹਦੀ ਮੌਤ ਹੋ ਗਈ ਸੀਗੀ। ਹੁਣ ਆਪਾਂ ਗੱਲ ਕਰਦੇ ਕੁਤਬਦੀਨ ਐਬਕ ਤੋਂ ਬਾਅਦ ਜਿਹੜਾ ਰਾਜਾ ਬਣਿਆ ਸੀ ਇਲਤੁਤਮਿਸ਼ ਦੇ, ਬਹੁਤ ਇੰਪੋਰਟੈਂਟ ਹੈਗਾ 1210 ਤੋਂ ਲੈ ਕੇ 1236 ਤੱਕ ਦਾ ਇਹਦਾ ਟਾਈਮ ਪੀਰੀਅਡ ਹੈ। ਇਹਦੇ ਟਾਈਮ ਪੀਰੀਅਡ ਦੇ ਮੰਗੋਲਾਂ ਨੇ ਭਾਰਤ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ, ਠੀਕ ਹੈ। ਬੜੀ ਵਾਰੀ ਪੇਪਰ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਮੰਗੋਲਾਂ ਨੇ ਸਭ ਤੋਂ ਪਹਿਲਾਂ ਕਿਹਦੇ ਟਾਈਮ ਤੇ ਅਟੈਕ ਕੀਤਾ ਸੀਗਾ ਇੰਡੀਆ ਦੇ ਵਿੱਚ? ਇਲਤੁਤਮਿਸ਼ ਦੇ ਟਾਈਮ ਤੇ ਇਹਨੇ ਮੰਗੋਲਾਂ ਤੇ ਹਮਲਿਆਂ ਤੋਂ ਬਚਣ ਦੇ ਵਾਸਤੇ ਜਿਹੜਾ ਸੀਗਾ ਤੁਰਕਾਨੇ ਚਹਿਲਗਾਨੀ ਦੀ ਸਥਾਪਨਾ ਕੀਤੀ ਸੀ, ਜਿਹਨੂੰ ਚਾਲੀਸਾ ਵੀ ਕਹਿੰਦੇ ਸੀਗੇ। ਇਹ ਕੀ ਸੀਗਾ? 40 ਇਹਦੇ ਵਿੱਚ ਟਰਕਿਸ਼ ਨੋਬਲ ਸੀਗੇ, ਠੀਕ ਹੈ। 40 ਬੰਦੇ ਸੀਗੇ ਜਿਨ੍ਹਾਂ ਦਾ 40 ਦਾ ਗਰੁੱਪ ਸੀਗਾ ਜਿਹੜਾ ਕਿ ਅਟੈਕ ਨੂੰ ਰੋਕਦਾ ਸੀਗਾ। ਉਹਨੂੰ ਆਪਾਂ ਕੀ ਕਹਿੰਦੇ? ਤੁਰਕਾਨੇ ਚਹਿਲਗਾਨੀ। ਕੁਐਸਚਨ ਪੁੱਛਿਆ ਜਾ ਸਕਦਾ ਹੂ ਵਾਜ਼ ਦਾ ਫਾਊਂਡਰ ਆਫ ਤੁਰਕਾਨੇ ਚਹਿਲਗਾਨੀ? ਆਨਸਰ ਕੀ ਆਏਗਾ? ਇਲਤੁਤਮਿਸ਼ ਆਏਗਾ, ਠੀਕ ਹੈ। ਹੁਣ ਇਹਨੇ ਕੀ ਕੀਤਾ ਸੀਗਾ ਕਿ ਆਪਣਾ ਜਿੰਨਾ ਵੀ ਅੰਪਾਇਰ ਸੀ ਉਹਨੂੰ ਇਕਤਾ ਦੇ ਵਿੱਚ ਡਿਵਾਈਡ ਕੀਤਾ ਸੀਗਾ। ਇਹ ਪੇਪਰ ਵਿੱਚ ਕੁਐਸਚਨ ਪੁੱਛਿਆ ਗਿਆ ਜੇ ਪੀਟੈਟ ਦੇ ਵਿੱਚ ਵੀ ਤੇ ਮਾਸਟਰ ਕੇਟਰ ਦੇ ਵਿੱਚ ਵੀ ਕਿ ਵਟ ਇਜ਼ ਦਾ ਮੀਨਿੰਗ ਆਫ ਇਕਤਾ? ਇਕਤਾ ਦਾ ਆਨਸਰ ਕੀ ਆਏਗਾ? ਅਸਾਈਨਮੈਂਟ ਆਫ ਲੈਂਡ ਇਨ ਲਿਊ ਆਫ ਸੈਲਰੀ। ਕਹਿਣ ਦਾ ਭਾਵ ਕੀ ਸੀਗਾ ਕਿ ਇਹਨੇ ਆਪਣੇ ਜਿੰਨਾ ਵੀ ਅੰਪਾਇਰ ਸੀਗਾ ਉਹਨੂੰ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕਰ ਦਿੱਤਾ ਸੀਗਾ ਤੇ ਜਿੰਨੇ ਵੀ ਇਹਦੇ ਜਨਰਲ ਸੀ ਉਹਨਾਂ ਨੂੰ ਉੱਥੋਂ ਦਾ ਹੈੱਡ ਬਣਾ ਦਿੱਤਾ ਸੀਗਾ ਤੇ ਉਹਨਾਂ ਨੂੰ ਕੀ ਕਿਹਾ ਸੀਗਾ ਕਿ ਜਦੋਂ ਵੀ ਮੈਨੂੰ ਲੋੜ ਪਵੇਗੀ ਤੇ ਤੁਸੀਂ ਮੇਰੀ
ਮੇਰੇ ਲਈ ਲੜਨ ਆਓਗੇ ਪਰ ਤੁਹਾਨੂੰ ਸੈਲਰੀ ਨਹੀਂ ਦਿੱਤੀ ਜਾਏਗੀ। ਸੈਲਰੀ ਦੀ ਜਗ੍ਹਾ ਤੇ ਉਹ ਜ਼ਮੀਨ ਦਾ ਟੁਕੜਾ ਦਿੱਤਾ ਜਾਂਦਾ ਸੀਗਾ ਜਿੱਥੋਂ ਉਹ ਕੀ ਰੈਵਨਿਊ ਵਗੈਰਾ ਕਲੈਕਟ ਕਰਦੇ ਸੀਗੇ ਆਪਣੀ ਜਗ੍ਹਾ ਸੈਲਰੀ ਦੀ ਜਗ੍ਹਾ ਤੇ। ਠੀਕ ਹੈ, ਹੁਣ ਇਹ ਕੁਐਸਚਨ ਵੀ ਪੁੱਛਿਆ ਗਿਆ ਕਿ ਵਟ ਇਜ਼ ਦਾ ਮੀਨਿੰਗ ਆਫ ਇਕਤਾ। ਆਨਸਰ ਕੀ ਆਏਗਾ? ਅਸਾਈਨਮੈਂਟ ਆਫ ਲੈਂਡ ਇਨ ਲਿeu ਆਫ ਸੈਲਰੀ। ਹੁਣ ਇਕਤਾ ਸਿਸਟਮ ਕਿਹਨੇ ਇੰਟਰੋਡਿਊਸ ਕੀਤਾ ਸੀਗਾ? ਇਲਤੁਤਮਿਸ਼ ਨੇ ਕੀਤਾ ਸੀਗਾ। ਠੀਕ ਹੈ, ਮੰਗੋਲਾਂ ਨੇ ਕਿਹਦੇ ਟਾਈਮ ਤੇ ਇੰਡੀਆ ਵਿੱਚ ਇਨਵੇਡ ਕੀਤਾ ਸੀਗਾ? ਇਲਤੁਤਮਿਸ਼ ਦੇ ਟਾਈਮ ਤੇ ਕੀਤਾ ਸੀਗਾ। ਜਦ ਤੁਰਕਾਂ ਨੇ ਚਹਿਲਗਾਨੀ ਦੀ ਸਥਾਪਨਾ ਕਿਹਨੇ ਕੀਤੀ ਸੀ? ਇਲਤੁਤਮਿਸ਼ ਨੇ ਕੀਤੀ। ਹੁਣ ਇਹ ਦੋ ਟਾਈਪ ਦੇ ਜਿਹੜੇ ਸੀਗੇ ਸਿੱਕੇ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੇ ਸੀ। ਇੱਕ ਸੀਗਾ ਸਿਲਵਰ ਦਾ ਜਿਹੜਾ ਕੋਇਨ ਸੀਗਾ ਉਹਨੂੰ ਕਹਿੰਦੇ ਸੀ ਟੰਕਾ, ਜਿਹੜਾ ਕਾਪਰ ਸੀਗਾ ਉਹਨੂੰ ਕੀ ਕਹਿੰਦੇ ਸੀ ਆਪਾਂ? ਜੀਤਲ ਕਹਿੰਦੇ ਸੀਗੇ। ਠੀਕ ਹੈ, ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਇਲਤੁਤਮਿਸ਼ ਨੇ ਸਿਲਵਰ ਦਾ ਕੋਇਨ ਇੰਟਰੋਡਿਊਸ ਕੀਤਾ ਸੀ ਉਹਦਾ ਨਾਮ ਕੀ ਸੀਗਾ, ਤੇ ਕਾਪਰ ਦਾ ਕੋਇਨ ਇੰਟਰੋਡਿਊਸ ਕੀਤਾ ਸੀ ਉਹਦਾ ਕੀ ਨਾਮ ਸੀਗਾ। ਹੁਣ ਇੱਕ ਹੋਰ ਕੁਐਸਚਨ ਤੁਸੀਂ ਯਾਦ ਰੱਖਣਾ ਹੈ, ਬੜੀ ਵਾਰੀ ਪੇਪਰ ਵਿੱਚ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਕਿ ਭਾਰਤ ਵਿੱਚ ਪਹਿਲਾ ਇਕਤਾ ਕਿਹਨੇ ਕਿਹਨੂੰ ਅਸਾਈਨ ਕੀਤਾ ਸੀਗਾ। ਕੁਐਸਚਨ ਕੀ ਆਏਗਾ? ਮੁਹੰਮਦ ਗੌਰੀ ਨੇ ਅਸਾਈਨ ਕੀਤਾ ਸੀਗਾ। ਕਿਹਨੂੰ ਕੀਤਾ ਸੀਗਾ? ਕੁਤਬਦੀਨ ਐਬਕ ਨੂੰ। ਪਰ ਜੇ ਤੁਹਾਨੂੰ ਕੁਐਸਚਨ ਪੁੱਛਿਆ ਜਾਏ ਕਿ ਭਾਰਤ ਵਿੱਚ ਇਕਤਾ ਸਿਸਟਮ ਦੀ ਸ਼ੁਰੂਆਤ ਕਿਹਨੇ ਕੀਤੀ ਸੀ, ਤੇ ਆਨਸਰ ਕੀ ਆਏਗਾ? ਇਲਤੁਤਮਿਸ਼। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਰਜੀਆ ਸੁਲਤਾਨ ਦੀ। ਰਜੀਆ ਸੁਲਤਾਨ ਕੌਣ ਸੀ? ਇਲਤੁਤਮਿਸ਼ ਦੀ ਬੇਟੀ ਸੀ। ਇਲਤੁਤਮਿਸ਼ ਨੂੰ ਲੱਗਦਾ ਸੀਗਾ ਕਿ ਉਹਦੇ ਜਿੰਨੇ ਵੀ ਬੇਟੇ ਹੈਗੇ ਉਹ ਇਨਕੰਪੀਟੈਂਟ ਹੈਗੇ, ਉਹਦੇ ਰਾਜ ਨੂੰ ਨਹੀਂ ਚਲਾ ਸਕਦੇ, ਇਸ ਕਰਕੇ ਉਹਨੇ ਆਪਣਾ ਨੈਕਸਟ ਜਿਹੜਾ ਸੀਗਾ ਰਜੀਆ ਸੁਲਤਾਨ ਜਿਹੜੀ ਸੀਗੀ ਉਹਨੂੰ ਆਪਣਾ ਸਕਸੈਸਰ ਜਿਹੜਾ ਘੋਸ਼ਿਤ ਕਰ ਦਿੱਤਾ ਸੀਗਾ। ਠੀਕ ਹੈ, ਇਹ ਪਹਿਲੀ ਤੇ ਲਾਸਟ ਮੁਸਲਿਮ ਵੂਮਨ ਰੂਲਰ ਸੀਗੀ ਮਿਡੀਵਲ ਇੰਡੀਆ ਦੀ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਭਾਰਤ ਵਿੱਚ ਪਹਿਲੀ ਮੁਸਲਮਾਨ ਔਰਤ ਜਿਨੇ ਕਿ ਦਿੱਲੀ ਸਲਤਨਤ ਤੇ ਰਾਜ ਕੀਤਾ ਸੀ ਉਹ ਕੌਣ ਸੀਗੀ? ਰਜੀਆ ਸੁਲਤਾਨ ਸੀ, ਇਲਤੁਤਮਿਸ਼ ਦੀ ਬੇਟੀ ਸੀ। 1236 ਤੋਂ ਲੈ ਕੇ 1240 ਤੱਕ ਦਾ ਇਹਦਾ ਟਾਈਮ ਪੀਰੀਅਡ ਸੀਗਾ। ਠੀਕ ਹੈ, ਇਹਨੇ ਪਰਦਾ ਸਿਸਟਮ ਜਿਹੜਾ ਸੀਗਾ ਉਹਨੂੰ ਉਹਦਾ ਵਿਰੋਧ ਕੀਤਾ ਸੀਗਾ। ਇਹਨੇ ਅਲਤੂਨੀਆ ਨਾਂ ਦੇ ਬੰਦੇ ਨਾਲ ਵਿਆਹ ਕਰ ਲਿਆ ਸੀ ਜਿਹੜਾ ਕਿ ਗਵਰਨਰ ਸੀ ਬਠਿੰਡੇ ਦਾ। ਬਹੁਤ ਹੀ ਇੰਪੋਰਟੈਂਟ ਹੈ, ਕੁਐਸਚਨ ਪੁੱਛਿਆ ਜਾਂਦਾ ਹੈ ਕਿ ਅਲਤੂਨੀਆ ਕੌਣ ਸੀਗਾ? ਰਜੀਆ ਸੁਲਤਾਨ ਦਾ ਹਸਬੈਂਡ ਸੀ। ਕਿੱਥੋਂ ਦਾ ਰਹਿਣ ਵਾਲਾ ਸੀ? ਬਠਿੰਡਾ ਦਾ ਗਵਰਨਰ ਸੀਗਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਬਹਿਰਾਮ ਸ਼ਾਹ ਜਿਹੜਾ ਕਿ ਸਨ ਸੀਗਾ ਇਲਤੁਤਮਿਸ਼ ਦਾ, ਉਹਨੇ ਇਹਨੂੰ ਮਾਰ ਦਿੱਤਾ ਸੀਗਾ ਕਿਉਂਕਿ ਉਹ ਖੁਦ ਗੱਦੀ ਦੇ ਅਧਿਕਾਰ ਕਰਨਾ ਚਾਹੁੰਦਾ ਸੀਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਬਲਬਨ ਦੀ। ਬਲਬਨ ਦਾ ਟਾਈਮ ਪੀਰੀਅਡ ਹੈਗਾ 1266 ਤੋਂ ਲੈ ਕੇ 1286 ਤੱਕ ਦਾ। ਹੁਣ ਪਿੱਛੇ ਮੈਂ ਤੁਹਾਨੂੰ ਇੱਕ ਚੀਜ਼ ਕਰਵਾਈ ਸੀਗੀ ਕਿ ਇਲਤੁਤਮਿਸ਼ ਨੇ 40 ਜਿਹੜੇ ਸੀਗੇ ਤੁਰਕਾਨ ਚਹਿਲਗਾਨੀ ਕੀ ਸੀਗਾ 40 ਪਾਵਰਫੁਲ ਜਿਹੜੇ ਮੈਨ ਸੀਗੇ ਉਹਨਾਂ ਦਾ ਇੱਕ ਗਰੁੱਪ ਸੀਗਾ, ਉਹਨੂੰ ਐਸਟੈਬਲਿਸ਼ ਕੀਤਾ ਸੀ। ਹੁਣ ਇਹਨਾਂ 40 ਦੇ ਵਿੱਚ ਇੱਕ ਬਲਬਨ ਸੀਗਾ। ਬਲਬਨ ਖੁਦ ਜਿਹੜਾ ਸੀਗਾ ਪਾਵਰ ਵਿੱਚ ਆ ਕੇ ਨੇ ਬਾਕੀ ਸਾਰਿਆਂ ਨੂੰ ਮਾਰ ਕੇ ਖੁਦ ਜਿਹੜਾ ਸੀਗਾ ਗੱਦੀ ਤੇ ਅਧਿਕਾਰ ਕਰ ਲਿਆ ਸੀਗਾ, ਤੇ ਇਹਦਾ ਟਾਈਮ ਪੀਰੀਅਡ ਹੈਗਾ 1266 ਤੋਂ ਲੈ ਕੇ 1286 ਤੱਕ ਦਾ। ਹੁਣ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਹਨੇ ਮਿਲਟਰੀ ਡਿਪਾਰਟਮੈਂਟ ਜਿਹੜਾ ਸੀ ਉਹਨੂੰ ਸੈਪਰੇਟ ਕਰ ਦਿੱਤਾ ਸੀਗਾ। ਮਿਲਟਰੀ ਡਿਪਾਰਟਮੈਂਟ ਨੂੰ ਕੀ ਕਹਿੰਦੇ? ਦੀਵਾਨ-ਏ-ਅਰਜ਼। ਹੁਣ ਤੁਹਾਨੂੰ ਇਹ ਨਹੀਂ ਕੁਐਸਚਨ ਪੁੱਛਿਆ ਜਾਣਾ ਕਿ ਮਿਲਟਰੀ ਡਿਪਾਰਟਮੈਂਟ ਨੂੰ ਸੈਪਰੇਟ ਕਿਹਨੇ ਕੀਤਾ ਸੀਗਾ। ਕੁਐਸਚਨ ਪੁੱਛਿਆ ਜਾ ਸਕਦਾ ਕਿ ਦੀਵਾਨ-ਏ-ਅਰਜ਼ ਡਿਪਾਰਟਮੈਂਟ ਕਿਹੜਾ ਸੀਗਾ। ਆਨਸਰ ਕੀ ਆਏਗਾ? ਮਿਲਟਰੀ ਡਿਪਾਰਟਮੈਂਟ ਹੈ। ਦੀਵਾਨ-ਏ-ਵਜ਼ਾਰਤ ਡਿਪਾਰਟਮੈਂਟ ਕਿਹੜਾ ਸੀਗਾ? ਫਾਈਨਾਂਸ ਦਾ ਡਿਪਾਰਟਮੈਂਟ ਸੀਗਾ। ਇਹਨਾਂ ਦੋਨਾਂ ਨੂੰ ਅਲੱਗ ਕਰ ਦਿੱਤਾ ਸੀਗਾ। ਠੀਕ ਹੈ, ਯਾਦ ਰੱਖਿਓ ਤੁਸੀਂ ਕਿ ਦੀਵਾਨ-ਏ-ਅਰਜ਼ ਕੀ ਸੀਗਾ? ਮਿਲਟਰੀ ਡਿਪਾਰਟਮੈਂਟ ਸੀਗਾ, ਤੇ ਦੀਵਾਨ-ਏ-ਵਜ਼ਾਰਤ ਕੀ ਸੀਗਾ? ਫਾਈਨਾਂਸ ਡਿਪਾਰਟਮੈਂਟ ਸੀਗਾ। ਉਸ ਤੋਂ ਬਾਅਦ ਇਹਨੇ ਜਿਹੜਾ ਸੀਗਾ ਆਪਣੇ ਆਪ ਨੂੰ ਡਿਕਲੇਅਰ ਕੀਤਾ ਸੀਗਾ ਡਿਪਟੀ ਆਫ ਗੋਡ, ਮਤਲਬ ਨਿਆਬਤ ਏ ਖੁਦਾਈ। ਠੀਕ ਹੈ, ਹੁਣ ਇਹਨੇ ਆਪਣੇ ਆਪ ਨੂੰ ਟਾਈਟਲ ਦਿੱਤਾ ਸੀ। ਇੱਕ ਇਹਨੇ ਟਾਈਟਲ ਦਿੱਤਾ ਸੀ ਜਿਲੇ ਇਲਾਈ ਦਾ, ਮਤਲਬ ਕੀ ਸੀਗਾ? ਸ਼ੈਡੋ ਆਫ ਗੋਡ। ਕੀ ਕਹਿੰਦਾ ਸੀਗਾ ਕਿ ਮੈਂ ਪਰਮਾਤਮਾ ਦੀ ਧਰਤੀ ਉੱਤੇ ਪਰਛਾਈ ਹਾਂ। ਠੀਕ ਹੈ, ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਵਾ। ਉਸ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਹੈਗੀਆਂ ਦੋ ਪ੍ਰੈਕਟਿਸਿਸ ਇਹਨੇ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀਆਂ ਸੀ, ਇੱਕ ਸਿਜਦਾ ਤੇ ਇੱਕ ਪਾਈਬੋਸ। ਇਰਾਨੀਅਨ ਪ੍ਰੈਕਟਿਸ ਸੀ। ਠੀਕ ਹੈ, ਇਰਾਨੀ ਸਿਸਟਮ ਸੀਗੇ, ਬਹੁਤ ਇੰਪੋਰਟੈਂਟ ਹੈਗੇ, ਪੇਪਰ 'ਚ ਕੁਐਸਚਨ ਪੁੱਛਿਆ ਵੀ ਗਿਆ ਪੀਟੈਟ ਦੇ ਪੁਰਾਣੇ ਪੇਪਰਾਂ ਦੇ ਵਿੱਚ। ਸਿਜਦਾ ਕੀ ਸੀਗੇ? ਕੀ ਕਹਿੰਦਾ ਹੈ ਕਿ ਜਿਹੜਾ ਵੀ ਬੰਦਾ ਰਾਜੇ ਨੂੰ ਮਿਲਣ ਆਉਂਦਾ ਸਭ ਤੋਂ ਪਹਿਲਾਂ ਉਹਨੂੰ ਝੁੱਕ ਕੇ ਸਲਾਮ ਕਰੇ, ਤੇ ਪਾਈਬੋਸ ਕੀ ਸੀਗਾ? ਉਹਦੇ ਪੈਰ ਧੋ ਕੇ ਪੀਵੇ। ਠੀਕ ਹੈ, ਦੋਨੋਂ ਜਿਹੜੇ ਇਰਾਨੀਅਨ ਸਿਸਟਮ ਹੀ ਇਹ ਇੰਡੀਆ ਦੇ ਵਿੱਚ ਕਿਹਨੇ ਸ਼ੁਰੂ ਕੀਤੇ ਸੀ? ਬਲਬਨ ਨੇ ਕੀਤੇ ਸੀਗੇ। ਹੁਣ ਆਪਾਂ ਗੱਲ ਕਰਦੇ ਹਾਂ ਖਲਜੀ ਡਾਇਨੈਸਟੀ ਦੀ। 1290 ਤੋਂ ਲੈ ਕੇ 1320 ਤੱਕ ਦੀ ਇਹ ਜਿਹੜੀ ਸੀ ਆਪਣੀ ਸੈਕਿੰਡ ਡਾਇਨੈਸਟੀ ਸੀ। ਪਹਿਲੀ ਡਾਇਨੈਸਟੀ ਆਪਾਂ ਕੀਤੀ ਜਿਹਦਾ ਨਾਮ ਸੀ ਇਲਬਰੀ ਡਾਇਨੈਸਟੀ, ਜਿਹਦੇ ਵਿੱਚ ਆਪਾਂ ਮੇਨ ਕੀਤੇ ਕੁਤਬਦੀਨ ਐਬਕ, ਠੀਕ ਹੈ, ਇਲਤੁਤਮਿਸ਼, ਰਜੀਆ ਸੁਲਤਾਨ ਤੇ ਬਲਬਨ ਦੇ ਬਾਰੇ, ਇਹਨਾਂ ਦੇ ਮੇਨ ਸਿਸਟਮਸ ਦੇ ਬਾਰੇ ਆਪਾਂ ਗੱਲ ਕੀਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਖਲਜੀ ਡਾਇਨੈਸਟੀ ਦੀ। ਸੈਕਿੰਡ ਡਾਇਨੈਸਟੀ ਸੀਗੀ ਦਿੱਲੀ ਸਲਤਨਤ ਦੀ। ਠੀਕ ਹੈ, ਸੈਕਿੰਡ ਡਾਇਨੈਸਟੀ ਜਿਹੜੀ ਸੀਗਾ ਦਾ ਟਾਈਮ ਪੀਰੀਅਡ ਹੈਗਾ 1290 ਤੋਂ ਲੈ ਕੇ 1320 ਦਾ। ਸਭ ਤੋਂ ਛੋਟੀ ਡਾਇਨੈਸਟੀ ਸੀ। ਇਹ ਪੇਪਰ ਵਿੱਚ ਕੁਐਸਚਨ ਪੁੱਛਿਆ ਗਿਆ ਕਿ ਦਿੱਲੀ ਸਲਤਨਤ ਦੀ ਸਭ ਤੋਂ ਛੋਟੀ ਡਾਇਨੈਸਟੀ ਕਿਹੜੀ ਸੀ? ਖਲਜੀ ਡਾਇਨੈਸਟੀ, ਕਿਉਂਕਿ 1290 ਤੋਂ ਲੈ ਕੇ 1320 ਮਤਲਬ 30 ਸਾਲ ਦਾ ਟਾਈਮ ਪੀਰੀਅਡ ਸੀਗਾ ਸਿਰਫ ਇਸ ਡਾਇਨੈਸਟੀ ਦਾ।
ਇਹਨੂੰ ਫਾਊਂਡ ਕੀਤਾ ਸੀ ਜਲਾਲ ਉਦ ਦੀਨ ਫਿਰੋਜ਼ ਖਲਜੀ ਨੇ। ਫਸਟ ਰੂਲਰ ਸੀਗਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਮੇਨ ਇੰਪੋਰਟੈਂਟ ਰੂਲਰ ਆਉਂਦਾ ਖਲਜੀ ਡਾਇਨੈਸਟੀ ਦਾ, ਅਲਾਉਦੀਨ ਖਲਜੀ ਸੀਗਾ। ਮੋਸਟ ਇੰਪੋਰਟੈਂਟ ਹੈਗਾ, ਹਰ ਪੇਪਰ ਦੇ ਵਿੱਚ ਲਗਭਗ ਅਲਾਉਦੀਨ ਖਲਜੀ ਦਾ ਕੁਐਸਚਨ ਪੁੱਛਿਆ ਹੀ ਜਾਂਦਾ ਹੈ। ਇਹਦੀਆਂ ਮੇਨ ਜਿਹੜੀਆਂ ਜਿੱਤਾਂ ਸੀ, ਗੁਜਰਾਤ ਦੀ ਸੀ, ਰਣਥੰਭੋਰ, ਚਿਤੌੜ, ਮਾਲਵਾ, ਠੀਕ ਹੈ। ਉਸ ਤੋਂ ਬਾਅਦ ਇਹਨੇ ਸਾਊਥ ਦੇ ਵਿੱਚ ਆਪਣਾ ਮੇਨ ਜਿਹੜਾ ਕਮਾਂਡਰ ਸੀਗਾ ਉਹਨੂੰ ਭੇਜਿਆ, ਜਿਹਦਾ ਨਾਮ ਸੀਗਾ ਮਲਿਕ ਕਫੂਰ। ਬਹੁਤ ਇੰਪੋਰਟੈਂਟ ਹੈਗਾ ਕਿ ਅਲਾਉਦੀਨ ਖਲਜੀ ਜਿਹੜਾ ਸੀ ਉਹਨੇ ਸਾਊਥ ਦੇ ਵਿੱਚ ਜਿਹੜੇ ਹਮਲੇ ਕੀਤੇ ਸੀ, ਉਹਨਾਂ ਹਮਲਿਆਂ ਦੇ ਵਿੱਚ ਮੇਨ ਕਮਾਂਡਰ ਕਿਹਨੂੰ ਭੇਜਿਆ ਸੀਗਾ? ਮਲਿਕ ਕਫੂਰ ਨੂੰ ਭੇਜਿਆ ਸੀਗਾ, ਠੀਕ ਹੈ। ਇਹ ਜਿਹੜਾ ਇਹ ਮਲਿਕ ਕਫੂਰ ਸੀਗਾ ਨਾ, ਇਹਨੂੰ 1000 ਦਿਨਾਰੀ ਵੀ ਕਿਹਾ ਜਾਂਦਾ ਹੈ। 1000 ਦਿਨਾਰੀ ਕਿਉਂਕਿ ਕਿਹਾ ਜਾਂਦਾ ਹੈ ਕਿ ਇੱਕ ਦਾਸ ਸੀਗੇ, ਇਹਨੂੰ 1000 ਦਿਨਾਰ ਦੇ ਕੇ ਖਰੀਦਿਆ ਸੀ ਅਲਾਉਦੀਨ ਖਿਲਜੀ ਨੇ, ਇਸ ਕਰਕੇ ਇਹਨੂੰ 1000 ਦਿਨਾਰੀ ਵੀ ਕਿਹਾ ਜਾਂਦਾ ਤੇ ਸਾਊਥ ਵਿੱਚ ਇਹਨੂੰ ਭੇਜਿਆ ਸੀਗਾ। ਹੁਣ ਜ਼ਮੀਂਦਾਰੀ ਸਿਸਟਮ ਨੂੰ ਕਿੰਨੇ ਖਤਮ ਕੀਤਾ ਸੀਗਾ? ਬੜੀ ਵਾਰੀ ਕੁਐਸਚਨ ਪੁੱਛਿਆ ਜਾਂਦਾ। ਅਲਾਉਦੀਨ ਖਿਲਜੀ ਨੇ ਖਾਲਸਾ ਲੈਂਡ ਤੋਂ। ਹੁਣ ਖਾਲਸਾ ਲੈਂਡ ਕਿਹੜੀ ਹੁੰਦੀ ਸੀ? ਜਿਹੜੀ ਕਿ ਰਾਜੇ ਦੀ ਲੈਂਡ ਹੁੰਦੀ ਸੀ, ਜਿਹੜੀ ਰਾਜੇ ਦੇ ਨਾਂ ਤੇ ਹੁੰਦੀ ਸੀ, ਉਹਨੂੰ ਆਪਾਂ ਖਾਲਸਾ ਲੈਂਡ ਕਹਿ ਦਿੰਦੇ ਆ, ਠੀਕ ਹੈ। ਇਹਨੇ ਜਿਹੜਾ ਦੁਆਬ ਦੇ ਵਿੱਚ ਕੋਈ ਵੀ ਇਕਤਾ ਜਿਹੜਾ ਸੀਗਾ ਅਲਾਉਟ ਨਹੀਂ ਕੀਤਾ ਸੀਗਾ। ਹੁਣ ਅਲਾਉਦੀਨ ਖਲਜੀ ਜਿਹੜਾ ਸੀ, ਨੇ ਬੜੀ ਹੀ ਇੰਪੋਰਟੈਂਟ ਇੱਕ ਪਾਲਿਸੀ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀ, ਬਲੱਡ ਐਂਡ ਆਇਰਨ ਦੀ। ਬਹੁਤ ਇੰਪੋਰਟੈਂਟ ਹੈਗੀ ਹੈ। ਕਾਦੇ ਵਾਸਤੇ ਕੀਤੀ ਸੀ? ਮੰਗੋਲਾਂ ਦੇ ਖਿਲਾਫ ਕੀਤੀ ਕਿ ਮੰਗੋਲਾਂ ਦੇ ਹਮਲਿਆਂ ਨੂੰ ਰੋਕਣ ਵਾਸਤੇ। ਇਹ ਪਾਲਿਸੀ ਕੀ ਸੀ ਕਿ ਜਿਹੜਾ ਵੀ ਮੰਗੋਲ ਹੱਥ ਵਿੱਚ ਆਉਂਦਾ, ਇਹਨੂੰ ਪੰਜਾਬੀ ਚ ਲਹੂ ਤੇ ਲੋਹੇ ਦੀ ਨੀਤੀ ਕਹਿ ਦਿੰਦੇ ਸੀ ਵੀ ਜਿਹੜਾ ਵੀ ਮੰਗੋਲ ਹੱਥ ਵਿੱਚ ਆਉਂਦਾ ਉਹਦਾ ਕਤਲ ਕਰ ਦਿੱਤਾ ਜਾਏ। ਭਾਵ ਕਿ ਮੰਗੋਲਾਂ ਦੇ ਹਮਲੇ ਨੂੰ ਭਾਰਤ ਵਿੱਚ ਰੋਕਣਾ ਚਾਹੁੰਦਾ ਸੀਗਾ। ਇਹਨੇ ਜਿਹੜਾ ਸੀਗਾ ਖਿਜ਼ਰਾਬਾਦ ਬਣਵਾਇਆ ਸੀਗਾ, ਅਲਾਈ ਦਰਵਾਜ਼ਾ ਬਣਵਾਇਆ ਸੀਗਾ, ਤੇ ਇਹਨੇ ਇੱਕ ਸਿਰੀ ਨਾਂ ਦੀ ਕੈਪੀਟਲ ਸਿਟੀ ਬਣਾਈ ਸੀਗੀ ਦਿੱਲੀ ਦੇ ਵਿੱਚ। ਯਾਦ ਰੱਖਿਓ ਤਿੰਨੇ ਇਹ ਜਿਹੜੇ ਅਲਾਈ ਦਰਵਾਜ਼ਾ ਜਾਂ ਸਿਰੀ ਕੈਪੀਟਲ ਸੀਗੀ, ਕਿੱਥੇ ਸੀਗੀ? ਆਪਣਾ ਦਿੱਲੀ ਦੇ ਵਿੱਚ ਹੀ। ਅਲਾਈ ਦਰਵਾਜ਼ਾ ਜਿਹੜਾ ਸੀਗਾ ਨਾ, ਇਹ ਕੁਤਬ ਮੀਨਾਰ ਦਾ ਐਂਟਰੈਂਸ ਗੇਟ ਬਣਾਇਆ ਸੀਗਾ। ਨੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਕੁਤਬ ਮੀਨਾਰ ਦਾ ਐਂਟਰੈਂਸ ਗੇਟ ਕਿਹਨੇ ਬਣਾਇਆ ਸੀ? ਅਲਾਉਦੀਨ ਖਿਲਜੀ ਨੇ, ਠੀਕ ਹੈ। ਕੁਤਬ ਮੀਨਾਰ ਦਾ ਜਿਹੜਾ ਐਂਟਰੈਂਸ ਗੇਟ ਹੈਗਾ ਉਹਨੂੰ ਆਪਾਂ ਕੀ ਕਹਿੰਦੇ ਆ? ਅਲਾਈ ਦਰਵਾਜ਼ਾ ਕਹਿੰਦੇ ਆ। ਸਿਰੀ ਨਾਂ ਦੀ ਸਿਟੀ ਜਿਹੜੀ ਸੀਗੀ ਉਹ ਕਿੰਨੇ ਬਣਵਾਈ ਸੀ? ਅਲਾਉਦੀਨ ਖਿਲਜੀ ਨੇ ਬਣਾਈ ਸੀ। ਕਿੱਥੇ ਬਣਾਈ ਸੀ? ਇਹ ਵੀ ਦਿੱਲੀ ਦੇ ਵਿੱਚ ਸੀਗੀ। ਇਸ ਤੋਂ ਇਲਾਵਾ ਜਿਹੜਾ ਸੀ ਇਹਨੇ ਹਾਊਸ ਖਾਸ ਬਣਾਇਆ ਸੀਗਾ ਦਿੱਲੀ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸੀਗਾ ਮਤਲਬ ਕਿ ਐਂਟਰੈਂਸ ਡੋਰ ਬਣਾਇਆ ਸੀ ਕੁਤਬ ਮੀਨਾਰ ਦਾ, ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ। ਇਹਨੇ ਇੱਕ ਟਾਈਟਲ ਆਪਣੇ ਆਪ ਨੂੰ ਦਿੱਤਾ ਸੀ ਸਿਕੰਦਰ ਏ ਸਾਨੀ ਦਾ। ਬਹੁਤ ਇੰਪੋਰਟੈਂਟ ਹੈਗਾ ਵਾ ਕਿ ਸਿਕੰਦਰ ਏ ਸਾਨੀ ਦਾ ਟਾਈਟਲ ਕਿਹਨੇ ਅਡਾਪਟ ਕੀਤਾ ਸੀ? ਅਲਾਉਦੀਨ ਖਲਜੀ ਨੇ ਕੀਤਾ ਸੀਗਾ। ਇਹਨੇ ਪਰਮਾਨੈਂਟ ਆਰਮੀ ਜਿਹੜੀ ਸੀਗੀ ਉਹਨੂੰ ਬਿਲਟ ਕੀਤਾ ਸੀ। ਬਹੁਤ ਇੰਪੋਰਟੈਂਟ ਹੈਗਾ। ਚਿਹਰਾ ਤੇ ਦਾਗ ਸਿਸਟਮ ਇਹਨੇ ਇੰਟਰੋਡਿਊਸ ਕੀਤਾ ਸੀਗਾ। ਚਿਹਰਾ ਤੇ ਦਾਗ ਕੀ ਸੀਗਾ? ਇੱਕ ਬ੍ਰਾਂਡਿੰਗ ਆਫ ਹਾਰਸਸ ਸੀਗੀ। ਚਿਹਰਾ ਕੀ ਹੁੰਦਾ ਹੈ? ਡਿਸਕ੍ਰਿਪਸ਼ਨ ਆਫ ਦਾ ਫੇਸ, ਠੀਕ ਹੈ। ਮਤਲਬ ਕਹਿਣ ਦਾ ਭਾਵ ਕਿ ਜਦੋਂ ਵੀ ਸਿਪਾਹੀ ਕੋਈ ਭਰਤੀ ਕੀਤਾ ਜਾਂਦਾ ਸੀ, ਉਹਦੇ ਫੇਸ਼ੀਅਲ ਫੀਚਰਸ ਜਿਹੜੇ ਸੀਗੇ ਉਹਨੂੰ ਜਿਹੜਾ ਸੀਗਾ ਨੋਟ ਕੀਤਾ ਜਾਂਦਾ ਸੀਗਾ। ਤੇ ਦਾਗ ਦੇ ਅਕੋਰਡਿੰਗ ਕੀ ਸੀਗਾ? ਜਿਹੜਾ ਵੀ ਸੈਨਿਕ ਨੂੰ ਘੋੜਾ ਦਿੱਤਾ ਜਾਂਦਾ ਸੀ, ਘੋੜਾ ਜਿਹੜਾ ਸੀ ਵਧੀਆ ਕੁਆਲਿਟੀ ਦਾ ਹੁੰਦਾ ਸੀਗਾ, ਤੇ ਉਹ ਜਿਹੜਾ ਘੋੜੇ ਨੂੰ ਵੇਚ ਕੇ ਮਾੜੀ ਕੁਆਲਿਟੀ ਦੇ ਆਪਣੇ ਕੋਲ ਘੋੜੇ ਨਾ ਰੱਖ ਲੈਣ, ਇਸ ਕਰਕੇ ਜਿਹੜਾ ਘੋੜਾ ਸੀਗਾ ਉਹਦੇ ਉੱਤੇ ਇੱਕ ਦਾਗ, ਇੱਕ ਸਟੈਂਪ ਲਗਾ ਦਿੱਤੀ ਜਾਂਦੀ ਸੀ, ਜਿਹਨੂੰ ਕਿ ਦਾਗ ਸਿਸਟਮ ਕਿਹਾ ਜਾਂਦਾ ਸੀਗਾ। ਬਹੁਤ ਇੰਪੋਰਟੈਂਟ ਹੈਗਾ। ਕੁਐਸਚਨ ਪੁੱਛਿਆ ਜਾ ਸਕਦਾ ਕਿ ਹੂ ਇੰਟਰੋਡਿਊਸਡ ਚਿਹਰਾ ਐਂਡ ਦਾਗ ਸਿਸਟਮ ਇਨ ਇੰਡੀਆ ਜਾਂ ਡਿਊਰਿੰਗ ਦਾ ਦਿੱਲੀ ਸਲਤਨਤ? ਆਂਸਰ ਕੀ ਆਏਗਾ? ਅਲਾਉਦੀਨ ਖਲਜੀ ਆਏਗਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸੀ ਇਹਨੇ ਪੋਲਿਟਿਕਸ ਤੋਂ ਰਿਲੀਜਨ ਨੂੰ ਅਲੱਗ ਕੀਤਾ ਸੀਗਾ। ਤੇ ਅਮੀਰ ਖੁਸਰੋ ਦੀ ਕੋਰਟ ਵਿੱਚ ਸੀਗਾ, ਜਿਹੜਾ ਕਿ ਫੇਮਸ ਪੋਇਟ ਸੀਗਾ। ਇਸ ਤੋਂ ਇਲਾਵਾ ਮੀਰ ਹਸਨ ਦੇਹਲਵੀ ਵੀ ਇਹਦੀ ਕੋਰਟ ਵਿੱਚ ਸੀਗਾ। ਅਮੀਰ ਖੁਸਰੋ ਦੇ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਹ ਉਹ ਬੰਦਾ ਸੀਗਾ ਜਿਹੜਾ ਕਿ 6 ਰਾਜਿਆਂ ਦੇ ਟਾਈਮ ਤੇ ਇਹਨਾਂ ਦੀ ਕੋਰਟ ਦੇ ਵਿੱਚ, ਇਹਨਾਂ ਦੇ ਦਰਬਾਰ ਵਿੱਚ ਰਿਹਾ ਸੀਗਾ। ਕਾਫੀ ਜ਼ਿਆਦਾ ਇਹਨੇ ਕਿਤਾਬਾਂ ਲਿਖੀਆਂ ਸੀਗੀਆਂ, ਪੋਇਟ ਸੀਗਾ। ਤੇ ਤਬਲਾ ਇਹਨੇ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ। ਇਹ ਵੀ ਕੁਐਸਚਨ ਬੜੀ ਵਾਰੀ ਪੇਪਰ ਵਿੱਚ ਪੁੱਛਿਆ ਜਾਂਦਾ ਹੈਗਾ ਵਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਥਰਡ ਡਾਇਨੈਸਟੀ ਦੀ, ਜਿਹੜੀ ਸੀਗੀ ਤੁਗਲਕ ਡਾਇਨੈਸਟੀ। ਤੁਗਲਕ ਡਾਇਨੈਸਟੀ ਦਾ ਟਾਈਮ ਪੀਰੀਅਡ ਹੈਗਾ 1320 ਤੋਂ ਲੈ ਕੇ 1413 ਤੱਕ ਦਾ। ਇਹਨੂੰ ਫਾਊਂਡ ਕੀਤਾ ਸੀ ਗਿਆਸੂਦੀਨ ਤੁਗਲਕ ਨੇ, ਠੀਕ ਹੈ। ਤੁਗਲਕਾਬਾਦ ਨਾਂ ਦੀ ਇਹਨੇ ਜਿਹੜੀ ਸੀਗੀ ਸਿਟੀ ਬਣਵਾਈ ਸੀਗੀ, ਤੇ ਇਹਨੂੰ ਆਪਣੀ ਕੈਪੀਟਲ ਵੀ ਬਣਾ ਲਿਆ ਸੀਗਾ। ਇਰੀਗੇਸ਼ਨ ਵਰਕ ਇਹਨੇ ਸਟਾਰਟ ਕੀਤੇ। ਬਹੁਤ ਇੰਪੋਰਟੈਂਟ ਹੈ, ਪੀਟੈਟ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਕਿ ਇਰੀਗੇਸ਼ਨ ਵਰਕ ਜਿਹੜੇ ਭਾਰਤ ਵਿੱਚ ਸਟਾਰਟ ਕੀਤੇ ਸੀ ਉਹ ਕਿੰਨੇ ਕੀਤੇ ਸੀਗੇ? ਗਿਆਸੂਦੀਨ ਤੁਗਲਕ ਨੇ ਕੀਤੇ ਸੀਗੇ। ਹੁਣ ਇਹਨਾਂ ਦੇ ਦੋ ਜਿਹੜੇ ਸੀਗੇ ਰਾਜੇ ਬੜੇ ਇੰਪੋਰਟੈਂਟ ਸੀਗੇ, ਇੱਕ ਮੁਹੰਮਦ ਬਿਨ ਤੁਗਲਕ ਸੀਗਾ ਤੇ ਦੂਸਰਾ ਫਿਰੋਜ਼ ਸ਼ਾਹ ਤੁਗਲਕ ਸੀਗਾ। ਮੁਹੰਮਦ ਬਿਨ ਤੁਗਲਕ ਕਿਹਾ ਜਾਂਦਾ ਕਿ ਦਿੱਲੀ ਸਲਤਨਤ ਦਾ ਸਭ ਤੋਂ ਪੜ੍ਹਿਆ ਲਿਖਿਆ ਰਾਜਾ ਸੀਗਾ, ਬਟ ਇਹਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਸੀ, ਵਾਈਜ਼ ਫੂਲ ਕਿੰਗ ਕਿਹਾ ਜਾਂਦਾ ਸੀਗਾ। ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਇਹਨੇ 5 ਐਕਸਪੈਰੀਮੈਂਟ ਭਾਰਤ ਵਿੱਚ ਕੀਤੇ ਸੀ ਤੇ 5 ਦੇ 5 ਹੀ ਫੇਲ ਹੋ ਗਏ ਸੀ। ਸਭ ਤੋਂ ਪਹਿਲਾਂ ਨੇ ਕੀ ਕੀਤਾ ਸੀਗਾ? ਆਪਣੀ ਰਾਜਧਾਨੀ
ਜਿਹੜੀ ਸੀਗੀ ਉਹ ਦੌਲਤਾਬਾਦ ਦੇ ਵਿੱਚ ਸ਼ਿਫਟ ਕਰ ਦਿੱਤੀ ਸੀਗੀ। ਠੀਕ ਹੈ, ਜਿੱਦਾਂ ਆ ਇੰਡੀਆ ਸੀਗਾ, ਠੀਕ ਹੈ, ਰਫ ਜਿਹਾ ਨਕਸ਼ਾ ਮੈਂ ਬਣਾਉਣ ਲੱਗੀ। ਇੱਥੇ ਦਿੱਲੀ ਸੀਗੀ, ਜਿੰਨੇ ਵੀ ਰਾਜੇ ਸੀਗੇ ਉਹਨਾਂ ਨੇ ਦਿੱਲੀ ਨੂੰ ਕੈਪੀਟਲ ਬਣਾਇਆ ਸੀ, ਬਟ ਇਹਨੇ ਕੀ ਕੀਤਾ ਸੀ, ਸਾਊਥ ਇੰਡੀਆ ਦੇ ਵਿੱਚ ਦੌਲਤਾਬਾਦ ਨਾਂ ਦੀ ਜਗ੍ਹਾ ਸੀਗੀ ਜਿਹਨੂੰ ਆਪਣੀ ਕੈਪੀਟਲ ਬਣਾ ਲਿਆ ਸੀ। ਜਦੋਂ ਇਹਨੇ ਦੌਲਤਾਬਾਦ ਵਿੱਚ ਆਪਣੀ ਕੈਪੀਟਲ ਸ਼ਿਫਟ ਕਰ ਦਿੱਤੀ ਤੇ ਦਿੱਲੀ ਵਿੱਚ ਜਿਹੜੀ ਗੜਬੜ ਹੋਣੀ ਸ਼ੁਰੂ ਕਰ ਦਿੱਤੀ ਹੋ ਗਈ। ਇਸ ਕਰਕੇ ਇਹਨੇ ਦੁਬਾਰਾ ਜਿਹੜੇ ਸੀ ਆਪਣੀ ਰਾਜਧਾਨੀ ਸ਼ਿਫਟ ਕਰਕੇ ਦਿੱਲੀ ਨੂੰ ਬਣਾ ਲਿਆ ਸੀਗਾ। ਦੂਸਰਾ ਜਿਹੜਾ ਸੀਗਾ, ਇਹਨੇ ਕੀ ਕੀਤਾ, ਟੈਕਸੇਸ਼ਨ ਇਨ ਦੁਆਬ, ਦੁਆਬ ਦੇ ਵਿੱਚ ਇਹਨੇ ਟੈਕਸ ਬਹੁਤ ਜ਼ਿਆਦਾ ਵਧਾ ਦਿੱਤਾ, ਜਿਸ ਕਰਕੇ ਲੋਕੀ ਇਹਦੇ ਖਿਲਾਫ ਹੋ ਗਏ ਸੀਗੇ। ਕਰਾਚੀਲ ਐਕਸਪੀਡੀਸ਼ਨ, ਇਹਨੇ ਕੀ ਕੀਤਾ ਸੀਗਾ ਕਿ ਕਰਾਚੀਲ ਦੇ ਵਿੱਚ ਮੁਹਿੰਮ ਭੇਜੀ ਸੀਗੀ, ਆਰਮੀ ਨੂੰ ਕਾਫੀ ਜ਼ਿਆਦਾ ਤਿਆਰ ਕੀਤਾ ਸੀਗਾ, ਬਟ ਬਾਅਦ ਵਿੱਚ ਜਿਹੜਾ ਸੀਗਾ ਇਹਦੀ ਐਕਸਪੀਡੀਸ਼ਨ ਫੇਲ ਹੋ ਜਾਂਦੀ ਹੈਗੀ ਆ। ਖੁਰਾਸਾਨ ਐਕਸਪੀਡੀਸ਼ਨ ਇਹਨੇ ਭੇਜੀ ਸੀਗੀ, ਬਟ ਉਹ ਵੀ ਫੇਲ ਹੋ ਜਾਂਦੀ, ਉੱਥੋਂ ਦੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ, ਬਟ ਬਾਅਦ ਵਿੱਚ ਇਹਨੇ ਆਪਣਾ ਆਈਡੀਆ ਛੱਡ ਦਿੱਤਾ ਸੀਗਾ। ਇੱਕ ਇਹਨੇ ਟੋਕਨ ਕਰੰਸੀ ਇੰਟਰੋਡਿਊਸ ਕੀਤੀ। ਟੋਕਨ ਕਰੰਸੀ ਕੀ ਸੀਗਾ ਕਿ ਇਹਨੇ ਸਿਲਵਰ ਕੋਇਨਸ ਦੀ ਜਗ੍ਹਾ ਤੇ ਜਿਹੜਾ ਸੀਗਾ ਤਾਂਬੇ ਦੇ ਜਿਹੜੇ ਟੋਕਨ ਕਰੰਸੀ ਜਿਹੜੀ ਸੀਗੀ ਉਹਨੂੰ ਇੰਟਰੋਡਿਊਸ ਕਰ ਦਿੱਤਾ। ਤੇ ਲੋਕਾਂ ਨੇ ਕੀ ਕੀਤਾ ਸੀਗਾ, ਘਰਾਂ ਦੇ ਵਿੱਚ ਜਿਹੜੇ ਤਾਂਬੇ ਦੇ ਭਾਂਡੇ ਜਿਹੜੇ ਸੀਗੇ ਉਹਨਾਂ ਨੂੰ ਪਿਘਲਾ ਕੇ ਜਿਹੜੇ ਸੀਗੇ ਸਿੱਕੇ ਬਣਾਉਣੇ ਸ਼ੁਰੂ ਕਰ ਦਿੱਤੇ, ਜਿਹਦੇ ਕਰਕੇ ਮਾਰਕੀਟ ਵਿੱਚ ਕਾਫੀ ਜ਼ਿਆਦਾ ਸਿੱਕੇ ਆ ਜਾਂਦੇ, ਜਿਹਦੇ ਕਰਕੇ ਇਹਦੀ ਇਹ ਵੀ ਜਿਹੜੀ ਪਾਲਿਸੀ ਜਿਹੜੀ ਸੀਗੀ ਉਹ ਫੇਲ ਹੋ ਜਾਂਦੀ। ਇਸ ਕਰਕੇ ਇਹਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ, ਕਿਉਂਕਿ ਇਹਨੇ 5 ਕੰਮ ਕੀਤੇ, ਪੰਜੇ ਦੇ ਪੰਜੇ ਜਿਹੜੇ ਸੀ ਉਹ ਗਲਤ ਸਾਬਤ ਹੁੰਦੇ ਨੇ। ਯਾਦ ਰੱਖਿਓ ਕਿਹੜੇ ਕਿਹੜੇ ਕੰਮ ਸੀ, ਪੇਪਰ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ, ਨੈਗੇਟਿਵ ਸੈਂਸ ਵਿੱਚ ਵੀ ਪੁੱਛਿਆ ਜਾ ਸਕਦਾ ਕਿ ਇਹਨਾਂ ਵਿੱਚੋਂ ਕਿਹੜਾ ਕੰਮ ਮੁਹੰਮਦ ਬਿਨ ਤੁਗਲਕ ਨੇ ਨਹੀਂ ਕੀਤਾ ਸੀਗਾ, ਜਾਂ ਇਹਨਾਂ ਵਿੱਚੋਂ ਕਿਹੜਾ ਕੰਮ ਉਹਨੇ ਕੀਤਾ ਸੀਗਾ। ਇਦਾਂ ਕਰਕੇ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ। ਹੁਣ ਇਹਨੇ ਇੱਕ ਐਗਰੀਕਲਚਰ ਦਾ ਡਿਪਾਰਟਮੈਂਟ ਬਣਾਇਆ ਸੀ, ਪੀਟੈਟ ਵਿੱਚ ਇਹ ਵੀ ਕੁਐਸਚਨ ਆ ਚੁੱਕਾ ਵਾ ਕਿ ਇਹਨੇ ਜਿਹੜਾ ਐਗਰੀਕਲਚਰ ਦਾ ਡਿਪਾਰਟਮੈਂਟ ਬਣਾਇਆ ਸੀ ਉਹਦਾ ਕੀ ਨਾਮ ਸੀਗਾ, ਦੀਵਾਨ ਏ ਕੋਹੀ। ਠੀਕ ਹੈ, ਜਾਂ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕਿ ਦਿੱਲੀ ਸਲਤਨਤ ਦੇ ਟਾਈਮ ਤੇ ਐਗਰੀਕਲਚਰ ਦੇ ਡਿਪਾਰਟਮੈਂਟ ਨੂੰ ਕੀ ਕਹਿੰਦੇ ਸੀਗੇ, ਦੀਵਾਨ ਏ ਕੋਹੀ। ਸੰਦੂਰ ਨਾਂ ਦਾ ਇਹਨੇ ਲੋਨ ਸ਼ੁਰੂ ਕੀਤੇ ਸੀਗੇ। ਠੀਕ ਹੈ, ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਵਟ ਵਾਜ ਸੰਦੂਰ, ਸੰਦੂਰ ਕੀ ਸੀਗਾ, ਲੋਨ ਸੀਗੇ ਜਿਹੜੇ ਕਿ ਫਾਰਮਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ, ਇਹ ਵੀ ਇਹਨੇ ਸ਼ੁਰੂ ਕੀਤੇ ਸੀਗੇ। ਸਾਊਥ ਇੰਡੀਅਨ ਸਟੇਟ ਜਿਹੜੀ ਵਿਜੇਨਗਰ ਐਮਪਾਇਰ ਤੇ ਬਾਹਮਨੀ ਕਿੰਗਡਮ ਇਹਦੇ ਟਾਈਮ ਤੇ ਜਿਹੜੀਆਂ ਬਣੀਆਂ ਸੀਗੀਆਂ, ਫਾਊਂਡ ਹੋਈਆਂ ਸੀਗੀਆਂ। ਬਹੁਤ ਇੰਪੋਰਟੈਂਟ ਹੈ ਕਿ ਵਿਜੇਨਗਰ ਸਾਊਥ ਇੰਡੀਆ ਦੇ ਵਿੱਚ ਜਦੋਂ ਦਿੱਲੀ ਸਲਤਨਤ ਦਿੱਲੀ ਦੇ ਵਿੱਚ ਰਾਜ ਕਰਦੀ ਸੀ ਤੇ ਦੱਖਣੀ ਭਾਰਤ ਦੇ ਵਿੱਚ ਜਿਹੜਾ ਸੀਗਾ ਕਿਹੜੀਆਂ ਦੋ ਡਾਇਨਾਸਟੀ ਬੜੀਆਂ ਇੰਪੋਰਟੈਂਟ ਸੀਗੀਆਂ, ਫਾਊਂਡ ਹੋਈਆਂ ਸੀ, ਵਿਜੇਨਗਰ ਐਮਪਾਇਰ ਤੇ ਬਾਹਮਨੀ ਕਿੰਗਡਮ ਸੀਗਾ। ਵਿਜੇਨਗਰ ਜਿਹੜੀ ਹਿੰਦੂ ਡਾਇਨਾਸਟੀ ਸੀਗੀ, ਬਾਹਮਨੀ ਕਿੰਗਡਮ ਜਿਹੜੀ ਸੀਗੀ ਇੱਕ ਮੁਸਲਿਮ ਡਾਇਨਾਸਟੀ ਸੀਗੀ। ਇਹਦੇ ਟਾਈਮ ਤੇ ਇੱਕ ਮੋਰੋਕੋ ਟਰੈਵਲਰ ਇੰਡੀਆ ਦੇ ਵਿੱਚ ਆਉਂਦਾ, ਇਬਨ ਬਤੂਤਾ, ਇਹ ਵੀ ਪੇਪਰ ਵਿੱਚ ਬੜੀ ਵਾਰੀ ਕੁਐਸਚਨ ਪੁੱਛਿਆ ਗਿਆ ਜੀ ਕਿ ਇਬਨ ਬਤੂਤਾ ਕਿਹੜੇ ਟਾਈਮ ਪੀਰੀਅਡ ਤੇ ਭਾਰਤ ਵਿੱਚ ਆਇਆ ਸੀਗਾ, ਮੁਹੰਮਦ ਬਿਨ ਤੁਗਲਕ ਦੇ ਟਾਈਮ ਪੀਰੀਅਡ ਤੇ। ਹੁਣ ਆਪਾਂ ਗੱਲ ਕਰਦੇ ਹਾਂ ਫਿਰੋਜ਼ ਸ਼ਾਹ ਤੁਗਲਕ ਦੀ, ਮੋਸਟ ਇੰਪੋਰਟੈਂਟ ਰਾਜਾ ਹੈਗਾ ਵਾ ਦਿੱਲੀ ਸਲਤਨਤ ਦਾ। ਇਹਨੇ ਜਿਹੜਾ ਹਿਸਾਰ, ਫਿਰੋਜ਼ਪੁਰ, ਠੀਕ ਹੈ, ਫਤਿਹਬਾਦ, ਜੌਨਪੁਰ ਤੇ ਫਿਰੋਜ਼ਾਬਾਦ ਨਾਂ ਦੇ ਜਿਹੜੇ ਸੀਗੇ ਇਹਨੇ ਸ਼ਹਿਰ ਬਣਵਾਏ ਸੀ, ਤੇ ਫਿਰੋਜ਼ਾਬਾਦ ਨੂੰ ਇਹਨੇ ਆਪਣੀ ਰਾਜਧਾਨੀ ਵੀ ਬਣਾ ਲਿਆ ਸੀਗਾ। ਇਹਨੇ ਕੀ ਕੀਤਾ ਸੀਗਾ, ਅਸ਼ੋਕ ਦੇ ਪਿਲਰ, ਬਹੁਤ ਹੀ ਇੰਪੋਰਟੈਂਟ ਹੈਗਾ, ਵੀ ਪੀਟੈਟ ਵਿੱਚ ਕੁਐਸਚਨ ਪੁੱਛਿਆ ਗਿਆ ਕਿ ਕਿਹੜਾ ਰਾਜਾ ਸੀਗਾ ਦਿੱਲੀ ਸਲਤਨਤ ਦਾ ਜਿਹਨੇ ਅਸ਼ੋਕ ਦੇ ਪਿਲਰ ਜਿਹੜੇ ਸੀਗੇ, ਇੱਕ ਟੋਪਰਾ ਤੋਂ, ਤੇ ਟੋਪਰਾ ਇਨ ਅੰਬਾਲਾ ਦੇ ਵਿੱਚ ਹੈਗਾ, ਤੇ ਦੂਸਰਾ ਮੇਰਠ, ਮੇਰਠ ਤੋਂ ਜਿਹੜੇ ਸੀਗੇ ਦਿੱਲੀ ਲਿਆਂਦੇ ਸੀਗੇ ਫਿਰੋਜ਼ ਸ਼ਾਹ ਤੁਗਲਕ ਨੇ ਲਿਆਂਦੇ ਸੀਗੇ, 2 ਪਿਲਰ ਹੀ ਅਸ਼ੋਕ ਦੇ। ਇਸ ਤੋਂ ਇਲਾਵਾ ਜਿਹੜਾ ਸੀਗਾ ਇਹਨੇ ਸਲੇਵਸ ਲਈ ਜਿਹੜਾ ਸੀਗਾ ਅਲੱਗ ਤੋਂ ਇੱਕ ਡਿਪਾਰਟਮੈਂਟ ਬਣਾਇਆ ਸੀਗਾ। ਇਹਨੇ ਕੈਨਾਲਸ ਬਣਾਈਆਂ ਸੀਗੀਆਂ, ਠੀਕ ਹੈ, ਬਹੁਤ ਸਾਰੇ ਇਹਨੇ ਕੰਮ ਕਰਵਾਏ ਸੀਗੇ। ਸਲੇਵਸ ਲਈ ਅਲੱਗ ਤੋਂ ਡਿਪਾਰਟਮੈਂਟ ਬਣਾਇਆ ਸੀ, ਤੇ ਇਹਨੇ ਆਪਣੇ ਆਪ ਬੁੱਕ ਲਿਖੀ ਸੀ ਜਿਹਦਾ ਨਾਮ ਸੀ ਫਤੂਹਾਤ ਏ ਫਿਰੋਜ਼ ਸ਼ਾਹੀ। ਬਹੁਤ ਇੰਪੋਰਟੈਂਟ ਹੈਗੀ ਹੈ ਕਿ ਫਤੂਹਾਤ ਏ ਫਿਰੋਜ਼ ਸ਼ਾਹੀ ਦਾ ਲੇਖਕ ਕੌਣ ਹੈ, ਫਿਰੋਜ਼ ਸ਼ਾਹ ਤੁਗਲਕ ਸੀਗਾ। ਇਹਨੇ ਕੁਤਬ ਮੀਨਾਰ ਨੂੰ ਰਿਪੇਅਰ ਕਰਾਇਆ ਸੀ, ਕਿਉਂਕਿ ਬਿਜਲੀ ਪੈਣ ਕਰਕੇ ਜਿਹੜੀ ਸੀ ਇਹਦੀ ਇਮਾਰਤ ਖਰਾਬ ਹੋ ਗਈ ਸੀਗੀ, ਤੇ ਉਹਨੂੰ ਦੁਬਾਰਾ ਰਿਪੇਅਰ ਕਿੰਨੇ ਕਰਾਇਆ ਸੀ, ਕੁਤਬ ਮੀਨਾਰ ਨੂੰ ਫਿਰੋਜ਼ ਸ਼ਾਹ ਤੁਗਲਕ ਨੇ ਕਰਵਾਇਆ ਸੀਗਾ। ਤੇ ਉਹਦੀ ਜਿਹੜੀ ਸੀਗੀ ਇੱਕ ਜਿਹੜੀ ਸਟੋਰੀ ਵੀ ਬਣਵਾਈ ਸੀਗੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਫਿਰੋਜ਼ ਸ਼ਾਹ ਤੁਗਲਕ ਜਿਹੜਾ ਸੀ ਇਹਨੇ ਇਕਤਾਦਾਰੀ ਸਿਸਟਮ ਜਿਹੜਾ ਸੀ ਇਹਨੂੰ ਹੈਰੀਡੇਟਰੀ ਬਣਾ ਦਿੱਤਾ ਸੀਗਾ। ਹੈਰੀਡੇਟਰੀ ਦਾ ਮਤਲਬ ਕੀ ਸੀਗਾ ਕਿ ਇੱਕ ਫਾਦਰ ਹੈ, ਫਾਦਰ ਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਦੀ ਜ਼ਮੀਨ ਤੇ ਜਾਂ ਉਹਦੇ ਇਕਤੇ ਤੇ ਅਧਿਕਾਰ ਕਿਹਦੇ ਹੋਏਗਾ, ਉਹਦਾ ਬੇਟੇ ਦਾ। ਜੇ ਉਹਦਾ ਬੇਟਾ ਵੀ ਨਹੀਂ ਹੈਗਾ ਤੇ ਉਹਦਾ ਸਨ ਇਨ ਲਾ ਜਿਹੜਾ ਸੀਗਾ ਉਹਦੀ ਜ਼ਮੀਨ ਜਾਇਦਾਦ ਦਾ ਅਧਿਕਾਰੀ ਹੋਵੇਗਾ। ਇਹ ਜਿਹੜਾ ਹੈਰੀਡੇਟਰੀ ਸਿਸਟਮ ਕਿਹਨੇ ਇੰਟਰੋਡਿਊਸ ਕੀਤਾ ਸੀਗਾ, ਫਿਰੋਜ਼ ਸ਼ਾਹ ਤੁਗਲਕ ਨੇ। ਤੇ ਇਕਤਾਦਾਰੀ ਸਿਸਟਮ ਕਿਹਨੇ ਇੰਟਰੋਡਿਊਸ ਕੀਤਾ ਸੀ, ਇਲਤੁਤਮਿਸ਼ ਨੇ ਕੀਤਾ ਸੀ, ਤੁਹਾਨੂੰ ਮੈਂ ਪਹਿਲਾਂ ਦੱਸਿਆ ਵਾ। ਇਸ ਤੋਂ ਇਲਾਵਾ ਇਹਨੇ ਨਵੇਂ ਟੈਕਸ ਇੰਪੋਜ਼ ਕੀਤੇ ਜਿਨ੍ਹਾਂ ਦੇ ਵਿੱਚ ਖਰਾਜ ਸੀ। ਖਰਾਜ ਕੀ ਸੀਗਾ, ਲੈਂਡ ਟੈਕਸ ਸੀਗਾ,
ਠੀਕ ਹੈ। ਇੱਕ ਬੜਾ 10 ਹਿੱਸਾ ਜਿਹੜਾ ਲੈਂਡ ਦਾ ਲਿਆ ਜਾਂਦਾ ਸੀ। ਇੱਕ ਜ਼ਕਾਤ, ਇੱਕ ਖਮਸ ਹੀਗਾ। ਠੀਕ ਹੈ, ਜ਼ਕਾਤ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ। ਖਮਸ ਜਿਹੜਾ ਸੀ ਯੁੱਧ ਦੇ ਵਿੱਚ ਲੁੱਟਿਆ ਜਿਹੜਾ ਹੁੰਦਾ ਸੀਗਾ ਸਮਾਨ, ਉਹਦਾ 10ਵਾਂ ਹਿੱਸਾ ਹੁੰਦਾ ਸੀ ਜਿਹੜਾ ਕਿ ਰਾਜੇ ਨੂੰ ਜਾਂਦਾ ਸੀਗਾ। ਜਜੀਆ ਜਿਹੜਾ ਕਿ ਹਿੰਦੂਆਂ ਤੋਂ ਲਿਆ ਜਾਂਦਾ ਸੀ, ਇਹਨੇ ਇੱਕ ਸੈਪਰੇਟ ਟੈਕਸ ਬਣਾ ਦਿੱਤਾ ਸੀਗਾ। ਤੇ ਪਹਿਲੀ ਵਾਰੀ ਜਿਹੜੇ ਬ੍ਰਾਹਮਣ ਸੀਗੇ ਉਹਨਾਂ ਤੇ ਵੀ ਇਹਨੇ ਟੈਕਸ ਇੰਪੋਜ਼ ਕੀਤਾ ਸੀ। ਬਹੁਤ ਇੰਪੋਰਟੈਂਟ ਹੈਗਾ ਹੈ ਕਿ ਦਿੱਲੀ ਸਲਤਨਤ ਦੇ ਟਾਈਮ ਪੀਰੀਅਡ ਦੇ ਦੌਰਾਨ ਪਹਿਲੀ ਵਾਰੀ ਬ੍ਰਾਹਮਣਾਂ ਤੇ ਟੈਕਸ ਕਿਹਨੇ ਇੰਪੋਜ਼ ਕੀਤਾ ਸੀਗਾ? ਫਿਰੋਜ਼ ਸ਼ਾਹ ਤੁਗਲਕ ਨੇ। ਠੀਕ ਹੈ, ਤੇ ਜਜੀਆ ਜਿਹੜਾ ਕਿ ਹਿੰਦੂਆਂ ਦੀ ਪ੍ਰਾਪਰਟੀ ਦੀ ਰੱਖਿਆ ਦੇ ਲਈ ਲੈਣ ਜਾਣ ਵਾਲਾ ਟੈਕਸ ਸੀਗਾ, ਉਹਨੂੰ ਵੀ ਇਹਨੇ ਸੈਪਰੇਟ ਬਣਾ ਦਿੱਤਾ ਸੀਗਾ। ਠੀਕ ਹੈ, ਜ਼ਕਾਤ ਜਿਹੜਾ ਮੁਸਲਮਾਨਾਂ ਤੇ ਲੱਗਦਾ ਸੀਗਾ, ਉਹਨਾਂ ਦੇ 2.5% ਹੁੰਦਾ ਸੀਗਾ ਉਹਨਾਂ ਦੀ ਪ੍ਰਾਪਰਟੀ ਦੀ ਰੱਖਿਆ ਵਾਸਤੇ। ਖਮਸ ਯੁੱਧ ਵਿੱਚ ਲੁੱਟਿਆ ਹੋਇਆ ਮਾਲ ਹੁੰਦਾ ਸੀਗਾ। ਖਰਾਜ ਕੀ ਸੀਗਾ? ਇੱਕ ਲੈਂਡ ਟੈਕਸ ਸੀਗਾ, ਯਾਦ ਰੱਖਿਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਇਹਨੇ ਜਿਹੜਾ ਸੀਗਾ ਇੰਟਰੋਡਿਊਸ ਕੀਤੇ ਸੀ ਕੁਝ ਕੋਇਨਸ। ਕਿਹੜੇ ਕਿਹੜੇ ਸੀ? ਇੱਕ ਅੱਧਾ ਹੀਗਾ, ਭੀਖ, ਠੀਕ ਹੈ, ਜਿਹੜਾ ਸੀਗਾ ਸ਼ਾਸ਼ਗਨੀ ਸੀਗਾ, ਤੇ ਹਸਤ ਰਾਗਨੀ ਸੀਗਾ। ਠੀਕ ਹੈ, ਸ਼ਾਸ਼ਗਨੀ ਦੇ ਬਾਰੇ ਵੀ ਪੇਪਰ ਦੇ ਵਿੱਚ ਕੁਐਸਚਨ ਆ ਸੀਗਾ ਕਿ ਸ਼ਾਸ਼ਗਨੀ ਕੀ ਸੀਗਾ। ਇੱਕ ਕੋਇਨ ਸੀਗਾ, ਯਾਦ ਰੱਖਣਾ ਹੈ। ਇਹ ਦਿੱਲੀ ਸਲਤਨਤ ਦੇ ਕੋਇਨ ਸੀਗੇ, ਜਿੱਦਾਂ ਜੀਤਲ ਤੇ ਟੰਕਾ ਮੈਂ ਤੁਹਾਨੂੰ ਕਰਵਾ ਸਕੀ, ਉਹ ਵੀ ਦਿੱਲੀ ਸਲਤਨਤ ਦੇ। ਅੱਡਾ, ਭੀਖ, ਸ਼ਾਸ਼ਗਨੀ ਤੇ ਹਸਤ ਰਾਗਨੀ ਜਿਹੜਾ ਸੀਗੇ, ਸਾਰੇ ਕੀ ਸੀਗੇ? ਕੋਇਨਸ ਦੇ ਨਾਮ ਸੀਗੇ। ਪੇਪਰ ਵਿੱਚ ਕੁਐਸਚਨ ਤੁਹਾਨੂੰ ਇਦਾਂ ਪੁੱਛਿਆ ਜਾ ਸਕਦਾ ਕਿ ਵਟ ਵਾਜ਼ ਅੱਡਾ? ਠੀਕ ਹੈ, ਅੱਧਾ ਕੀ ਸੀਗਾ? ਇੱਕ ਕੋਇਨ ਸੀਗਾ। ਭੀਖ ਕੀ ਸੀਗਾ? ਇੱਕ ਕੋਇਨ ਸੀਗਾ। ਟੰਕਾ ਕੀ ਸੀਗਾ? ਇੱਕ ਕੋਇਨ ਸੀਗਾ। ਜਾਂ ਅੱਡਾ, ਭੀਖ ਜਿਹੜੇ ਸੀਗੇ ਕੋਇਨ ਕਿੰਨੇ ਇੰਟਰੋਡਿਊਸ ਕੀਤੇ ਸੀ? ਫਿਰੋਜ਼ ਸ਼ਾਹ ਤੁਗਲਕ ਨੇ ਕੀਤੇ ਸੀਗੇ। ਹੁਣ ਇਹਦੇ ਟਾਈਮ ਪੀਰੀਅਡ ਦੇ ਇੱਕ ਮੰਗੋਲ ਜਿਹੜਾ ਸੀਗਾ ਉਹਨੇ ਹਮਲਾ ਕੀਤਾ ਸੀ, ਬਹੁਤ ਇੰਪੋਰਟੈਂਟ ਹੈਗਾ ਵਾ। ਮੰਗੋਲ ਕਿਹੜਾ ਸੀਗਾ? ਤੈਮੂਰ ਸੀਗਾ। ਹੁਣ ਕੁਐਸਚਨ ਪੁੱਛਿਆ ਜਾ ਸਕਦਾ ਕਿ ਤੈਮੂਰ ਨੇ ਭਾਰਤ ਵਿੱਚ ਕਦੋਂ ਹਮਲਾ ਕੀਤਾ ਸੀ? 1398 ਵਿੱਚ। ਤੇ ਜਦੋਂ ਇਹਨੇ ਭਾਰਤ ਵਿੱਚ ਹਮਲਾ ਕੀਤਾ ਸੀ ਉਸ ਟਾਈਮ ਤੇ ਦਿੱਲੀ ਸਲਤਨਤ ਦੇ ਵਿੱਚ ਕੌਣ ਰਾਜਾ ਸੀਗਾ? ਫਿਰੋਜ਼ ਸ਼ਾਹ ਤੁਗਲਕ ਸੀਗਾ। ਤੇ ਦਿੱਲੀ ਸਲਤਨਤ ਦੇ ਵਿੱਚ ਜਿਹੜਾ ਤੁਗਲਕ ਡਾਇਨੈਸਟੀ ਜਿਹੜੀ ਸੀਗੀ, ਇਹਦਾ ਲਾਸਟ ਰਾਜਾ ਕੌਣ ਸੀਗਾ? ਆਪਣਾ ਨਾਸਿਰ ਉਦ ਦੀਨ ਮੁਹੰਮੂਦ ਸੀਗਾ, ਯਾਦ ਰੱਖਿਓ। ਹੂ ਵਾਜ਼ ਦਾ ਲਾਸਟ ਕਿੰਗ ਆਫ ਦਾ ਦਿੱਲੀ ਸਲਤਨਤ? ਨਾਸਿਰ ਉਦ ਦੀਨ ਮਹਿਮੂਦ। ਸੌਰੀ, ਨਾਸਿਰ ਉਦ ਦੀਨ ਮਹਿਮੂਦ ਦੇ ਟਾਈਮ ਪੀਰੀਅਡ ਤੇ ਦੌਰਾਨ ਜਿਹੜਾ ਸੀਗਾ ਤੈਮੂਰ ਨੇ ਭਾਰਤ ਵਿੱਚ ਹਮਲਾ ਕੀਤਾ ਸੀਗਾ। ਹੁਣ ਆਪਾਂ ਗੱਲ ਕਰਦੇ ਸੈਯਦ ਤੇ ਲੋਧੀਜ਼ ਦੀ। ਸੈਯਦ ਡਾਇਨੈਸਟੀ ਜਿਹੜੀ ਸੀਗੀ ਚੌਥੇ ਨੰਬਰ ਤੇ ਆਉਂਦੀ ਸੀ, ਤੇ ਲੋਧੀ ਜਿਹੜੀ ਸੀ 5ਵੇਂ ਨੰਬਰ ਤੇ ਹੀ ਦਿੱਲੀ ਸਲਤਨਤ ਦੀ। ਠੀਕ ਹੈ, ਤੁਗਲਕ ਤੋਂ ਬਾਅਦ ਆਉਂਦੇ ਨੇ ਸੈਯਦ। ਸੈਯਦ ਨੂੰ ਫਾਊਂਡ ਕੀਤਾ ਸੀਗਾ ਖਿਜ਼ਰ ਖਾਨ ਨੇ। ਠੀਕ ਹੈ, ਇਹਦਾ ਸਕਸੈਸਰ ਬਣਦਾ ਮੁਬਾਰਕ ਸ਼ਾਹ, ਮੁਹੰਮਦ ਸ਼ਾਹ ਤੇ ਅਲਾਉਦੀਨ ਆਲਮ ਸ਼ਾਹ। ਇਹ ਡਾਇਨੈਸਟੀ ਬਾਰੇ ਬੜੇ ਹੀ ਘੱਟ ਕੁਐਸਚਨ ਪੁੱਛੇ ਜਾਂਦੇ। ਮੇਨ ਕੁਐਸਚਨ ਪੁੱਛੇ ਜਾਂਦੇ ਲੋਧੀਜ਼ ਦੇ ਬਾਰੇ। ਲੋਧੀ ਜਿਹੜੀ ਹੀ ਫਸਟ ਅਫਗਾਨ ਡਾਇਨੈਸਟੀ ਸੀਗੀ। ਠੀਕ ਹੈ, ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕਿ ਫਸਟ ਅਫਗਾਨ ਡਾਇਨੈਸਟੀ ਜਿਹਨੇ ਕਿ ਭਾਰਤ ਵਿੱਚ ਰੂਲ ਕੀਤਾ ਸੀ ਉਹ ਕਿਹੜੀ ਸੀਗੀ? ਲੋਧੀ ਸੀਗੀ। ਦੂਜੀ ਜਿਹੜੀ ਸੀਗੀ ਅਫਗਾਨ ਡਾਇਨੈਸਟੀ ਉਹ ਸ਼ੇਰ ਸ਼ਾਹ ਸੂਰੀ ਦੀ ਸੂਰੀ ਡਾਇਨੈਸਟੀ, ਉਹ ਸੈਕਿੰਡ ਅਫਗਾਨ ਡਾਇਨੈਸਟੀ ਉਹਨੂੰ ਮੰਨਿਆ ਜਾਂਦਾ ਹੈਗਾ। ਬਹਿਲੋਲ ਲੋਧੀ ਜਿਹੜਾ ਸੀ ਇਹਨੇ ਫਾਊਂਡ ਕੀਤਾ ਸੀਗਾ ਇਹਨੂੰ। ਜਿਹੜਾ ਲੋਧੀ ਡਾਇਨੈਸਟੀ ਨੂੰ 1452 ਤੋਂ ਲੈ ਕੇ 1481 ਤੱਕ ਦਾ ਇਹਦਾ ਟਾਈਮ ਪੀਰੀਅਡ ਸੀਗਾ। ਮੇਨ ਇਹਦਾ ਰਾਜਾ ਜਿਹੜਾ ਸੀਗਾ ਗ੍ਰੇਟੈਸਟ ਰੂਲਰ ਜਿਹੜਾ ਸੀਗਾ ਉਹ ਸਿਕੰਦਰ ਲੋਧੀ ਸੀਗਾ, ਜਿਹਦਾ ਟਾਈਮ ਪੀਰੀਅਡ ਹੈਗਾ 1418 ਤੋਂ ਲੈ ਕੇ 1517 ਤੱਕ ਦਾ। ਇਹਨੇ ਇੰਟਰੋਡਿਊਸ ਕੀਤਾ ਸੀ ਗਾਜੇ ਸਿਕੰਦਰੀ। ਜਾਂ ਗਾਜੇ ਸਿਕੰਦਰੀ ਕੀ ਹੀ? ਯੂਨਿਟ ਹੀਗਾ ਮੇਜਰ ਕਰਨ ਵਾਸਤੇ ਕਲਟੀਵੇਟਡ ਲੈਂਡ। ਠੀਕ ਹੈ, ਹੁਣ ਇਹ ਗਾਜੇ ਸਿਕੰਦਰੀ ਜਿਹੜਾ ਸੀਗਾ ਇਹਦੀ ਵਰਤੋਂ ਕਾਦੇ ਵਾਸਤੇ ਹੁੰਦੀ? ਇੱਕ ਰੋਡ ਹੁੰਦੀ ਸੀਗੀ। ਠੀਕ ਹੈ, ਇਹ ਜਿਹੜੀ ਰੋਡ ਹੁੰਦੀ ਸੀ ਇਹਦੀ ਵਰਤੋਂ ਹੁੰਦੀ ਸੀ ਜ਼ਮੀਨ ਦੀ ਮੇਜਰਮੈਂਟ ਕਰਨ ਵਾਸਤੇ। ਤੇ ਇਹ ਜਿਹੜਾ ਗਾਜੇ ਸਿਕੰਦਰੀ ਜਿਹੜਾ ਇਹਨੇ ਇੰਟਰੋਡਿਊਸ ਕੀਤਾ ਸੀਗਾ, ਇਹਨੂੰ ਬਾਅਦ ਵਿੱਚ ਅਕਬਰ ਦੇ ਟਾਈਮ ਤੇ ਟੋਡਰ ਮੱਲ ਨੇ ਵੀ ਵਰਤਿਆ ਸੀਗਾ ਆਪਣੇ 10 ਸਾਲਾ ਸਿਸਟਮ ਦੇ ਵਿੱਚ, ਯਾਦ ਰੱਖਿਓ। ਠੀਕ ਹੈ, 10 ਸਾਲਾ ਸਿਸਟਮ ਦੇ ਵਿੱਚ ਹੀ ਗਾਜੇ ਸਿਕੰਦਰੀ ਨੂੰ ਵਰਤਿਆ ਗਿਆ ਸੀ। ਤੇ ਗਾਜੇ ਸਿਕੰਦਰੀ ਨੂੰ ਕਿਹਨੇ ਇੰਟਰੋਡਿਊਸ ਕੀਤਾ ਸੀ? ਸਿਕੰਦਰ ਲੋਧੀ ਨੇ। ਕਾਦੇ ਵਾਸਤੇ ਸੀਗੀ? ਲੈਂਡ ਦੀ ਮੇਜਰਮੈਂਟ ਦੇ ਵਾਸਤੇ ਸੀਗਾ। ਆਗਰਾ ਨੂੰ ਇਹਨੇ ਫਾਊਂਡ ਕੀਤਾ ਸੀ, ਬਹੁਤ ਇੰਪੋਰਟੈਂਟ ਹੈਗਾ, 1504 ਦੇ ਵਿੱਚ। ਠੀਕ ਹੈ, ਆਗਰਾ ਦੇ ਵਿੱਚ ਜਿੱਥੇ ਕਿ ਬਾਬਰ ਨੂੰ ਦਫਨਾਇਆ ਗਿਆ ਸੀਗਾ। ਇਸ ਤੋਂ ਬਾਅਦ ਜਿਹੜਾ ਸੀ ਇਹਨੇ ਕੁਝ ਪਰਸ਼ੀਅਨ ਵਰਸਸ ਲਿਖੇ ਸੀ ਗੁਲਰੁਖੀ ਨਾਂ ਦੇ ਟਾਈਟਲ ਦੇ ਅਧੀਨ। ਠੀਕ ਹੈ, ਲਾਸਟ ਜਿਹੜਾ ਰਾਜਾ ਸੀਗਾ ਲੋਧੀ ਡਾਇਨੈਸਟੀ ਦਾ ਇਬਰਾਹਿਮ ਲੋਧੀ ਸੀਗਾ। ਇਹਨੂੰ ਜਿਹੜਾ ਸੀਗਾ ਡਿਫੀਟ ਕੀਤਾ ਸੀ ਰਾਣਾ ਸਾਂਗਾ ਨੇ, ਜਿਹੜਾ ਕਿ ਮੇਵਾੜ ਦਾ ਰਾਜਾ ਸੀਗਾ। ਕਟੌਲੀ ਨਾਂ ਦੀ ਬੈਟਲ ਸੀ, ਤੇ ਇਬਰਾਹਿਮ ਲੋਧੀ ਜਿਹੜਾ ਸੀ ਇਹਨੂੰ ਬਾਅਦ ਵਿੱਚ ਬਾਬਰ ਨੇ ਵੀ ਡਿਫੀਟ ਕੀਤਾ ਸੀਗਾ ਅਪ੍ਰੈਲ 1526 ਦੇ ਵਿੱਚ। ਠੀਕ ਹੈ, 5ਵਾਂ ਹਮਲਾ ਸੀਗਾ ਬਾਬਰ ਦਾ। ਤੇ ਇਹਦੇ ਨਾਲ ਜਿਹੜਾ ਸੀਗਾ ਦਿੱਲੀ ਸਲਤਨਤ ਜਿਹੜੀ ਉਹ ਖਤਮ ਹੋ ਜਾਂਦੀ, ਕਿਉਂਕਿ
ਇਬਰਾਹਿਮ ਲੋਦੀ ਪਹਿਲਾ ਰਾਜਾ ਸੀ ਦਿੱਲੀ ਸਲਤਨਤ ਦਾ, ਜਿਹੜਾ ਯੁੱਧ ਵਿੱਚ ਲੜਦਾ ਹੋਇਆ ਮਾਰਿਆ ਗਿਆ ਸੀਗਾ। ਉਹਦੇ ਮਰਨ ਤੋਂ ਬਾਅਦ ਜਿਹੜਾ ਹੀ ਭਾਰਤ ਵਿੱਚ ਮੁਗਲਾਂ ਨੇ ਆਪਣੀ ਡਾਇਨੈਸਟੀ ਐਸਟੈਬਲਿਸ਼ ਕੀਤੀ, ਜਿਹਦੇ ਨਾਲ ਹੀ ਦਿੱਲੀ ਸਲਤਨਤ ਦੀਆਂ ਪੰਜ ਡਾਇਨੈਸਟੀਆਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਤੇ 1526 ਵਿੱਚ ਨਵੀਂ ਡਾਇਨੈਸਟੀ ਫਾਊਂਡ ਹੁੰਦੀ, ਜਿਹਦਾ ਨਾਮ ਸੀਗਾ ਮੁਗਲ ਅੰਪਾਇਰ। ਠੀਕ ਹੈ, ਇਹ ਸੀਗਾ ਤੁਹਾਡੀਆਂ ਪੰਜ ਡਾਇਨੈਸਟੀਜ਼ ਜਿਹੜੀਆਂ ਕਿ ਦਿੱਲੀ ਸਲਤਨਤ ਦੀਆਂ ਸੀਗੀਆਂ, ਬਹੁਤ ਇੰਪੋਰਟੈਂਟ ਹੈਗੀਆਂ ਨੇ। ਇਹ ਜਿੰਨਾ ਵੀ ਤੁਹਾਨੂੰ ਮੈਂ ਕਰਵਾਇਆ ਦੀ ਹਰ ਇੱਕ ਲਾਈਨ ਇੰਪੋਰਟੈਂਟ ਜੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ, ਖਾਸ ਤੌਰ ਤੇ ਪੀਟੈਟ ਤੇ ਮਾਸਟਰ ਕੇਡਰ ਦੇ ਪੇਪਰ ਨੂੰ ਅਗਰ ਵੇਖਿਆ ਜਾਏ ਤੇ ਉਹਦੇ ਵਾਸਤੇ ਬਹੁਤ ਹੀ ਜ਼ਰੂਰੀ ਲੈਕਚਰ ਸੀਗਾ। ਠੀਕ ਹੈ, ਪੰਜ ਡਾਇਨੈਸਟੀਜ਼ ਦਾ ਆਰਡਰ ਵੀ ਤੁਸੀਂ ਯਾਦ ਰੱਖਣ ਲੈਣਾ ਕਿ ਕਿਹੜੇ ਕਿਹੜੇ ਆਰਡਰ ਦੇ ਅਕੋਰਡਿੰਗ ਐਸਟੈਬਲਿਸ਼ ਹੋਈਆਂ ਸੀ। ਜਿੱਦਾਂ ਪਹਿਲਾਂ ਸਲੇਵ ਡਾਇਨੈਸਟੀ ਸੀ, ਦੂਸਰੀ ਖਲਜੀ ਆ ਗਈ, ਠੀਕ ਹੈ, ਤੀਸਰੀ ਤੁਗਲਕ, ਚੌਥੀ ਸੈਯਦ ਤੇ ਪੰਜਵੀਂ ਕਿਹੜੀ ਸੀਗੀ, ਲੋਧੀਜ਼ ਸੀਗੀ। ਇਹਨਾਂ ਦੇ ਸਾਰਿਆਂ ਦੇ ਕੰਮ, ਇਹਨਾਂ ਦੇ ਡਿਪਾਰਟਮੈਂਟ, ਜਿੱਦਾਂ ਦੀਵਾਨੇ ਕੋਹੀ ਕੀ ਸੀਗਾ, ਐਗਰੀਕਲਚਰ ਡਿਪਾਰਟਮੈਂਟ ਸੀਗਾ। ਸਲੇਵਸ ਲਈ ਡਿਪਾਰਟਮੈਂਟ ਕਿਹਨੇ ਬਣਾਇਆ ਸੀਗਾ, ਠੀਕ ਹੈ। ਮੰਗੋਲਾਂ ਨੇ ਹਮਲਾ ਕਿਹਦੇ ਟਾਈਮ ਤੇ ਕਰਨਾ ਸ਼ੁਰੂ ਕੀਤਾ ਭਾਰਤ ਵਿੱਚ, ਚੰਗੇਜ਼ ਖਾਨ ਨਾਂ ਦਾ ਪਹਿਲਾ ਮੰਗੋਲ ਸੀਗਾ ਜਿਹਨੇ ਕਿ ਇਲਤੁਤਮਿਸ਼ ਦੇ ਟਾਈਮ ਤੇ ਹਮਲਾ ਕੀਤਾ ਸੀਗਾ। ਠੀਕ ਹੈ, ਇਸ ਤੋਂ ਇਲਾਵਾ ਨਸੀਰੁੱਦੀਨ ਮਹਿਮੂਦ ਦੇ ਟਾਈਮ ਤੇ ਹਮਲਾ ਕੀਤਾ ਸੀ ਤੈਮੂਰ ਨੇ। ਇਦਾਂ ਕਰਕੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ। ਬਹੁਤ ਹੀ ਇੰਪੋਰਟੈਂਟ ਲੈਕਚਰ ਸੀਗਾ ਪੀਟੈਟ ਦੇ ਪੁਆਇੰਟ ਆਫ ਵਿਊ ਦੇ ਨਾਲ। ਇਹ ਜਿਹੜਾ ਲੈਕਚਰ ਸੀਗਾ ਮੇਨ ਪੁਆਇੰਟਸ ਨੂੰ ਲੈ ਕੇ ਮੈਂ ਬੁੱਕ ਤਾਂ ਕਵਰ ਕੀਤੀ ਹੈ ਤੁਹਾਡੇ ਵਾਸਤੇ ਕਿਉਂਕਿ ਇਹ ਪੇਪਰ, ਇਹ ਬੁੱਕ ਤੋਂ ਮੇਨ ਪੇਪਰ ਜਿਹੜਾ ਕਵਰ ਹੁੰਦਾ ਜੇ ਤੁਹਾਡਾ ਪੀਟੈਟ ਦਾ। ਤੇ ਲੈਕਚਰ ਨੂੰ ਧਿਆਨ ਨਾਲ ਸੁਣ ਲਿਓ, ਨੋਟ ਕਰ ਲਿਓ। ਜੇ ਤੁਹਾਨੂੰ ਸਾਡਾ ਲੈਕਚਰ ਸਹੀ ਲੱਗਦਾ ਵਾ, ਵਧੀਆ ਲੱਗਿਆ, ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ। ਮਤਲਬ ਵੀ ਜਿਹੜਾ ਪੇਪਰ ਹੈਗਾ ਵਾ ਉਹਦੇ ਤੋਂ ਬਾਹਰ ਜਿਹੜਾ ਸਾਡੇ ਲੈਕਚਰ ਹੈਗੇ ਉਸ ਤੋਂ ਬਾਹਰ ਕੁਝ ਵੀ ਨਹੀਂ ਆਏਗਾ। ਇਸ ਕਰਕੇ ਸਾਡੇ ਲੈਕਚਰ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ ਤੇ ਲਾਈਕ ਕਰਿਓ। ਥੈਂਕ ਯੂ।